ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib part with the meaning, pronunciation, punctuation and examples। ਤਾਂ ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਨੂੰ ਸਮਝਣ ਅਤੇ ਸਮਝਾਉਣ ਵਾਸਤੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਦੱਸੇ ਹਨ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause, ardh vishram means a slightly longer pause, then alp vishram. Purn vishram means a full stop। ਇਹ ਜੋ ਵਿਸ਼ਰਾਮ ਹੁੰਦੇ ਹਨ, ਪੌਜ਼ ਹੁੰਦੇ ਹਨ, ਇਹਨਾਂ ਦੇ ਉੱਪਰ ਆਪਾਂ ਬਾਣੀ ਪੜ੍ਹ ਲੈਂਗੇ ਥੋੜ੍ਹਾ ਥੋੜ੍ਹਾ ਰੁਕਣਾ ਹੁੰਦਾ ਹੈ ਗੁਰਬਾਣੀ ਨੂੰ ਸਮਝਣ ਵਾਸਤੇ ਜਾਂ ਸਹੀ ਉਚਾਰਨ ਕਰਨ ਵਾਸਤੇ। ਜੋ ਅਸੀਂ ਗੁਰਬਾਣੀ ਦੇ ਅਰਥ ਕਰ ਰਹੇ ਹਾਂ ਉਹ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ, ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ, ਭਾਈ ਮਨੀ ਸਿੰਘ ਦੀ ਸੰਪਰਦਾ ਜੋ ਸੰਤ ਕਿਰਪਾਲ ਸਿੰਘ ਜੀ ਨੇ ਅਮੀਰ ਭੰਡਾਰ ਨਾਮ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਸ਼ਨ ਕੀਤੀ ਹੈ, ਉਹਨਾਂ ਦੇ ਅਨੁਸਾਰ ਮੇਨ ਰੈਫਰੈਂਸ ਇਹਨਾਂ ਦੀ ਲਈ ਗਈ ਹੈ। ਤੇ ਹੋਰ ਵੀ ਭਾਈ ਵੀਰ ਸਿੰਘ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਤੇ ਗੁਰਬਾਣੀ ਐਕਸਪਲੋਰਰ, ਈਸ਼ਰ ਮਾਈਕਰੋਮੀਡੀਆ ਅਤੇ ਹੋਰ ਵਿਦਵਾਨਾਂ, ਸੰਤਾਂ, ਮਹਾਂਪੁਰਸ਼ਾਂ, ਸਮਝਦਾਰ ਵਿਦਵਾਨ ਪੁਰਸ਼ਾਂ ਦੇ ਜੋ ਗੁਰਬਾਣੀ ਦੇ ਅਰਥ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਫਿਰ ਉਹਨਾਂ ਦੇ ਆਪਾਂ ਸ਼ਾਰਟ ਦੇ ਵਿੱਚ ਅਰਥ ਕੀਤੇ ਆ। ਸੋ ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 36 ਪੌੜੀਆਂ ਦੇ ਅਰਥ, ਉਚਾਰਨ ਅਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਚੁੱਕੇ ਹਾਂ। ਸੋ ਹੁਣ ਜਿਹੜਾ ਆਪਣਾ ਚੈਪਟਰ ਚੱਲ ਰਿਹਾ ਹੈ, ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਖੀਰਲੀਆਂ ਪੰਕਤੀਆਂ ਹਨ, ਪੌੜੀਆਂ ਹਨ, ਅਤੇ ਇਹਨਾਂ ਵਿੱਚ 5 ਖੰਡਾਂ ਦਾ ਵਿਖਿਆਨ ਚੱਲ ਰਿਹਾ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ, ਇਹਨਾਂ ਦਾ ਵਿਖਿਆਨ ਚੱਲ ਰਿਹਾ ਲਾਸਟ ਵਾਲੀਆਂ ਪੌੜੀਆਂ ਦੇ ਵਿੱਚ। ਤਾਂ ਇਹ ਜਿਹੜੀ ਹੁਣ ਅਸੀਂ 37ਵੀਂ ਪੌੜੀ ਸਟਾਰਟ ਕਰਾਂਗੇ, ਇਸ ਪੌੜੀ ਨੂੰ ਵਿਦਵਾਨ ਪੁਰਸ਼ਾਂ ਨੇ ਸਨਮੁਖ ਦੀ ਅਵਸਥਾ ਦੱਸਿਆ। ਸੋ ਇਸ ਤੋਂ ਪਹਿਲਾਂ ਜਿਹੜੀ 36ਵੀਂ ਪੌੜੀ ਆਪਾਂ ਪੜ੍ਹੀ ਸੀ ਉਹ ਸਤਸੰਗੀਆਂ ਦੀ ਅਵਸਥਾ ਸੀ, ਸਤਸੰਗੀ ਪੁਰਸ਼ਾਂ ਦੀ ਅਵਸਥਾ ਸੀ ਸਰਮਖੰਡ ਦੀ। ਉਸ ਤੋਂ ਪਹਿਲਾਂ ਪੜ੍ਹੀ ਸੀ ਆਪਾਂ ਬ੍ਰਹਮ ਦਾ ਗਿਆਨ ਰੱਖਣ ਵਾਲੇ ਪੁਰਸ਼ਾਂ ਦੀ ਅਵਸਥਾ, ਤੇ ਫਿਰ 36ਵੀਂ ਪੜ੍ਹੀ ਆਪਾਂ ਸਤਸੰਗੀ ਪੁਰਸ਼ਾਂ ਦੀ ਅਵਸਥਾ। ਹੁਣ ਜਿਹੜੀ 37ਵੀਂ ਪੌੜੀ ਹੈ ਕਰਮਖੰਡ ਵਾਲੀ, ਇਹ ਸਨਮੁਖ ਪੁਰਸ਼ਾਂ ਦੀ ਅਵਸਥਾ ਦੱਸੀ ਹੈ, ਸਨਮੁਖਾਂ ਦੀ ਅਵਸਥਾ ਦੱਸੀ ਹੈ। 3 ਤਰ੍ਹਾਂ ਦੇ ਪੁਰਸ਼ ਮੰਨੇ ਨਾ, ਗੁਰਮੁਖ, ਆਪਾਂ ਨੋਰਮਲੀ ਗੁਰਮੁਖ ਤੇ ਮਨਮੁਖ 2 ਸ਼ਬਦ ਵਰਤਦੇ ਹਾਂ। ਗੁਰਮੁਖ ਗੁਰੂ ਦੀ ਗੱਲ ਨੂੰ ਮੰਨਣ ਵਾਲਾ, ਮਨਮੁਖ ਮਨ ਦੀ ਗੱਲ ਨੂੰ ਮੰਨਣ ਵਾਲਾ। ਇੱਕ ਦੇ ਨਾਲ ਸਨਮੁਖ ਸ਼ਬਦ ਹੁੰਦਾ। ਸਨਮੁਖ ਜਿਹੜਾ ਹੁੰਦਾ ਹਰ ਵੇਲੇ ਗੁਰੂ ਨੂੰ ਸਨਮੁਖ ਜਾਣਨਾ, ਆਪਣੇ ਨਾਲ ਨਾਲ ਜਾਣਨਾ, ਹਰ ਵੇਲੇ ਪਰਮਾਤਮਾ ਨੂੰ ਆਪਣੇ ਪਾਸ ਕੋਲੇ ਜਾਣ ਕੇ ਉਸ ਦਾ ਨਾਮ ਜਪਣਾ ਤੇ ਉਸ ਦੀ
ਹਰ ਵੇਲੇ ਪੂਜਾ ਭਾਵਨ ਨਾਮ ਜਪਦੇ ਰਹਿਣਾ। ਇਸ ਤਰ੍ਹਾਂ ਜਿਹੜਾ ਸਨਮੁਖ ਦੀ ਅਵਸਥਾ ਹੁੰਦੀ, ਸਨ ਮਤਲਬ ਸਾਹਮਣੇ, ਮੁੱਖ ਮਤਲਬ ਮੁੱਖ, ਆਪਣਾ ਮੁੱਖ ਗੁਰੂ ਵੱਲ ਰੱਖਣਾ। ਸੇ ਕਰਮਖੰਡ ਦੀ ਅਵਸਥਾ ਹੈ। ਨੋਰਮਲੀ ਜਿਹੜੀਆਂ ਸਾਰੀਆਂ ਅਵਸਥਾ ਹੈਗੀਆਂ ਤਾਂ ਇਹਨੂੰ ਆਪਾਂ ਜੇ ਸਰੀਰਕ ਤੌਰ 'ਤੇ ਦੇਖਾਂਗੇ ਤਾਂ ਇਹ ਸਰੀਰ ਦੀਆਂ ਅਵਸਥਾਵਾਂ। ਨਾਮ ਜਪਦਿਆਂ ਜਪਦਿਆਂ ਜੋ ਸਾਡੀ ਆਤਮਾ ਦਾ ਲੈਵਲ ਉੱਤੇ ਉੱਤੇ ਨੂੰ ਹੁੰਦਾ ਜਾਂਦਾ ਅਤੇ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇਹ ਜਿਹੜੇ 5 ਖੰਡ ਹਨ, ਬਾਕੀ 4 ਸੱਚਖੰਡ ਤੋਂ ਬਿਨਾਂ ਜੋ 4 ਹਨ ਇਹ ਸਪੇਸਿਸ ਹਨ, ਇੱਕ ਮਤਲਬ ਪਲੇਸ ਆ, ਜਗ੍ਹਾ। ਤਾਂ ਉਹਨਾਂ ਨੂੰ ਜਗ੍ਹਾਵਾਂ ਮੰਨੀਆਂ ਹਨੀਆਂ ਵਿਦਵਾਨ, ਕਈ ਵਿਦਵਾਨ ਪੁਰਸ਼ਾਂ ਨੇ ਕਿ ਖੰਡ ਹਨ, ਇਹ ਟੁਕੜੇ ਹਨ ਬ੍ਰਹਿਮੰਡ ਦੇ। ਸੋ ਜੋ ਸੱਚਖੰਡ ਦੇ ਆਸ ਪਾਸ ਪਰਮੇਸ਼ਰ ਦੇ ਨੇੜੇ ਤੇੜੇ ਤਰ੍ਹਾਂ ਤਰ੍ਹਾਂ ਦੀ ਜਿਹੋ ਜਿਹੀ ਕੋਈ ਪੂਜਾ ਕਰਦਾ, ਜੇ ਜਿਸ ਤਰੀਕੇ ਨਾਲ ਕੋਈ ਨਾਮ ਜਪਦਾ, ਉਹੋ ਜਿਹੀ ਥਾਂ ਰਹਿਣ ਵਾਲੀ। ਸੋ ਜੋ ਕਰਮ ਖੰਡ ਹੈ, ਕਰਮ ਦਾ ਮਤਲਬ ਹੁੰਦਾ ਮਿਹਰ, ਕਿਰਪਾ। ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਿਆਂ ਦੇ ਰਹਿਣ ਦਾ ਦੇਸ਼, ਕਿਰਪਾ ਦਾ ਦੇਸ਼। ਉੱਥੋਂ ਦੇ ਰਹਿਣ ਵਾਲੇ ਸਿਰਫ ਬ੍ਰਹਮ ਦੀ ਪੂਜਾ ਅਤੇ ਪ੍ਰਾਪਤੀ ਵਾਲੇ ਹੁੰਦੇ ਹਨ। ਉਹਨਾਂ ਦੇ ਬੋਲਾਂ ਦੇ ਵਿੱਚ ਵਾਰ ਸ਼ਰਾਪ ਦੇਣ ਦੀ ਸਮਰੱਥਾ, ਤਾਕਤ ਹੁੰਦੀ ਹੈ। ਉਹ ਕਿਰਪਾ ਦਾ ਦੇਸ਼ ਹੈ, ਜਿੱਥੇ ਕਿਰਪਾ ਤੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਉਹ ਬਖਸ਼ਿਸ਼ ਵਾਲੇ ਸਤਿਪੁਰਖਾਂ ਦੇ ਰਹਿਣ ਦੀ ਥਾਂ ਹੈ। ਯਾਨੀ ਸਰੀਰ ਛੱਡਣ ਤੋਂ ਬਾਅਦ ਜਿਹੜਾ ਕਰਮ ਖੰਡ ਹੈ, ਉਹ ਕਿਰਪਾ ਵਾਲੇ ਸਤਿਪੁਰਖਾਂ ਦੀ, ਬਖਸ਼ਿਸ਼ ਵਾਲੇ ਸਤਿਪੁਰਖਾਂ ਦੇ ਰਹਿਣ ਦੀ ਥਾਂ ਹੈ। ਤੇ ਇਸ ਦੁਨੀਆ ਤੇ ਸਰੀਰ ਕਰਕੇ ਰਹਿੰਦਿਆਂ ਹੋਇਆਂ ਜਦੋਂ ਸਾਡੀ ਜੀਵ ਆਤਮਾ ਜਾਂ ਮਨੁੱਖ ਕਹਿ ਲਓ ਕਰਮ ਨਾਮ ਜਪਦਿਆਂ ਜਪਦਿਆਂ ਕਰਮ ਖੰਡ ਦੀ ਅਵਸਥਾ ਵਿੱਚ ਪਹੁੰਚ ਜਾਂਦਾ, ਮਤਲਬ ਉਹ ਵਾਹਿਗੁਰੂ ਦੀ, ਪਰਮਾਤਮਾ ਦੀ ਕਿਰਪਾ ਦਾ ਪਾਤਰ ਹੋ ਜਾਂਦਾ। ਉਹਦੇ ਉੱਤੇ ਵਾਹਿਗੁਰੂ ਦੀ ਬਹੁਤ ਮਿਹਰ ਹੋ ਜਾਂਦੀ ਹੈ। ਕਰਮ ਮੀਨਸ ਉਹਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਉਹਦੇ ਉੱਤੇ ਹਰ ਵੇਲੇ ਪਰਮੇਸ਼ਰ ਦੀ ਮਿਹਰ ਬਰਸਦੀ ਰਹਿੰਦੀ ਹੈ। ਤਾਂ ਫਿਰ ਉਹਨਾਂ ਦੇ ਬੋਲਾਂ ਦੇ ਵਿੱਚ, ਉਹਨਾਂ ਦੀ ਆਵਾਜ਼, ਉਹਨਾਂ ਦੀ ਗੱਲ ਦੇ ਵਿੱਚ ਇੰਨੀ ਤਾਕਤ ਆ ਜਾਂਦੀ ਹੈ, ਇੰਨੀ ਪਾਵਰ ਆ ਜਾਂਦੀ ਹੈ ਕਿ ਉਹਨਾਂ ਦੇ ਜਿਹੜੇ ਬੋਲ ਹੈ ਉਹ ਵਰ ਅਤੇ ਸ਼ਰਾਪ ਦੇਣ ਦੀ ਸਮਰੱਥਾ ਰੱਖਦੇ ਆ, ਪਾਵਰ ਰੱਖਦੇ ਆ। ਸੁਣ ਆਪਾਂ ਅੱਗੇ ਚੱਲਦੇ, ਫਿਰ ਨਾਲ ਨਾਲ ਆਪਾਂ ਨੂੰ ਪਤਾ ਲੱਗ ਜੂ ਵੀ ਕਿਵੇਂ ਤਾਕਤ ਆਉਂਦੀ ਉਹਨਾਂ ਦੇ ਬੋਲਾਂ ਵਿੱਚ, ਕਿਵੇਂ ਉਸ ਵਰ ਦੇ ਦਿੰਦੇ, ਬਖਸ਼ਿਸ਼ਾਂ ਬਖਸ਼ਦੇ ਹਨ ਦੂਸਰਿਆਂ ਨੂੰ। ਜਿਵੇਂ ਉਹਨਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ, ਉਹ ਅੱਗੇ ਮਿਹਰ ਕਰ ਦਿੰਦੇ ਆ। ਜਿਹੜੇ ਪ੍ਰਮਾਤਮਾ ਦੇ ਐਂਟੀ ਜਾਂ ਪ੍ਰਮਾਤਮਾ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਦਿੰਦੇ ਆ, ਉਹਨਾਂ ਵਾਸਤੇ ਕੌੜੇ ਬੋਲ ਵੀ ਬੋਲ ਦਿੰਦੇ ਆ, ਜਿਹਨੂੰ ਅਸੀਂ ਆਮ ਭਾਸ਼ਾ ਦੇ ਸ਼ਰਾਪ ਕਹਿ ਦਿੰਦੇ ਆ। ਪਰ ਸ਼ਰਾਪ ਇੱਕ ਬਹੁਤ ਆਪਣੇ ਆਪ ਨੂੰ ਸਾਨੂੰ ਇੱਕ ਭੈੜਾ ਜਿਹਾ ਸ਼ਬਦ ਲੱਗਦਾ, ਪਰ ਵਿਰੋਧ ਕਰਨਾ ਤੇ ਉਸ ਦਾ ਬਦਲੇ ਵਿੱਚ ਜਵਾਬ ਦੇਣਾ, ਉਸ ਨੂੰ ਬੁਰਾ ਕਹਿਣਾ ਕਹਿ ਲਓ ਜਾਂ ਸ਼ਰਾਪ ਦੇਣਾ, ਕੁਛ ਵੀ ਕਹਿ ਸਕਦੇ ਹਾਂ ਅਸੀਂ। ਸੋ ਅਸੀਂ 37ਵੀਂ ਪੌੜੀ ਸਟਾਰਟ ਕਰਦੇ ਹਾਂ ਜੀ ਹੁਣ। ਤੇ ਇਸ ਪੌੜੀ ਦਾ ਨਾਮ ਤਾਂ ਉਂਝ ਵਿਦਵਾਨ ਪੁਰਸ਼ਾਂ ਨੇ ਸਨਮੁਖ ਦੀ ਅਵਸਥਾ ਦੱਸਿਆ, ਉਂਝ ਇਸ ਪੌੜੀ ਦਾ ਨਾਮ ਕਰਮਖੰਡ ਵਾਲੀ ਪੌੜੀ ਹੈ। ਸੋ ਪੜ੍ਹਦੇ ਹਾਂ ਆਪਾਂ ਜੀ। ਕਰਮਖੰਡ ਕੀ ਬਾਣੀ ਜੋਰ, ਇੱਥੇ ਕੀ ਤੇ ਵਿਸ਼ਰਾਮ ਆਊਗਾ। ਕਰਮਖੰਡ ਕੀ ਵਿਸ਼ਰਾਮ, ਬਾਣੀ ਜੋਰ, ਇਸ ਤਰ੍ਹਾਂ ਉਚਾਰਨ ਠੀਕ ਹੈ, ਬਸ ਥੋੜਾ ਵਿਸ਼ਰਾਮ ਦਾ ਮਤਲਬ ਹੁੰਦਾ ਥੋੜਾ ਜਿਹਾ ਰੁਕਣਾ ਕੀ ਦੇ ਉੱਤੇ। ਇਸ ਤਰ੍ਹਾਂ ਕਰਮਖੰਡ ਕੀ ਬਾਣੀ ਜੋਰ, ਇਸ ਤਰੀਕੇ ਨਾਲ। ਇਸ ਦਾ ਅਰਥ ਹੈ ਕਿ ਕਿਰਪਾ ਦਾ ਦੇਸ਼ ਮੀਨਸ ਜਿਨ੍ਹਾਂ ਉੱਪਰ ਪਰਮੇਸ਼ਰ ਦੀ ਮਿਹਰ ਅਤੇ ਕਿਰਪਾ ਹੋ ਜਾਂਦੀ ਆ, ਉਹ ਉਹਨਾਂ ਦੇ ਬੋਲ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਆ। ਕਰਮਖੰਡ ਕੀ
ਕਰਮਖੰਡ ਦੇ ਵਾਸੀਆਂ ਦੀ ਮਿਹਰ ਵਾਲੇ, ਪਰਮੇਸ਼ਰ ਦੀ ਮਿਹਰ ਵਾਲੇ ਤੇ ਕਿਰਪਾ ਵਾਲੇ ਪੁਰਖਾਂ ਦੀ ਬਾਣੀ ਜੋਰ। ਬਾਣੀ ਜੋਰ ਮੀਨਸ ਬਾਣੀ ਦੇ ਵਿੱਚ ਜ਼ੋਰ ਆ ਜਾਂਦਾ, ਉਹਨਾਂ ਦੇ ਬੋਲਾਂ ਵਿੱਚ ਬਾਣੀ ਜੋਰ, ਬੋਲਾਂ ਵਿੱਚ ਤਾਕਤ ਆ ਜਾਂਦੀ ਹੈ, ਪਾਵਰਫੁੱਲ ਹੋ ਜਾਂਦੇ ਉਹਨਾਂ ਦੇ ਬੋਲ। ਬਾਣੀ ਜੋਰ ਮਤਲਬ ਸੋ ਉਹਨਾਂ ਦੇ ਬੋਲ ਜੀਵਾਂ ਨੂੰ ਵਾਹਿਗੁਰੂ ਨਾਲ ਜੋੜਨ ਵਾਲੇ ਹੋ ਜਾਂਦੇ ਹਨ। ਉਹਨਾਂ ਦੇ ਬੋਲਾਂ ਵਿੱਚ ਰੂਹਾਨੀ ਬਲ ਆ ਜਾਂਦਾ ਹੈ ਜੋ ਵਰ ਅਤੇ ਸ਼ਰਾਪ ਦੇਣ ਦੀ ਤਾਕਤ ਰੱਖਦਾ ਹੈ। ਐਗਜ਼ੈਂਪਲੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਗੋਦੜੀਆ ਜੀ ਹੋਏ ਆ, ਜੋ ਹਰ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹਿੰਦੇ ਸਨ। ਉਹ ਹਮੇਸ਼ਾ ਮਸਤਾਨੀ ਹਾਲਤ ਵਿੱਚ ਪਿੰਡ ਦੇ ਇੱਕ ਬਾਗ ਵਿੱਚ ਰਹਿੰਦੇ ਸਨ। ਉਹ ਪਿੰਡ ਵਿੱਚ ਜਾ ਕੇ ਕਿਸੇ ਵੀ ਘਰ ਦੇ ਦਰਵਾਜ਼ੇ ਅੱਗੇ ਵਾਹਿਗੁਰੂ ਕਹਿੰਦੇ ਸਨ ਤਾਂ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਭਾਈ ਸਾਹਿਬ ਜੀ ਆਏ ਹਨ। ਉਹ ਉਹਨਾਂ ਨੂੰ ਰੋਟੀ ਦੇ ਦਿੰਦੇ ਸਨ। ਉਹ ਉੱਥੇ ਹੀ ਬੈਠ ਕੇ ਖਾ ਲੈਂਦੇ ਸਨ ਅਤੇ ਵਾਪਸ ਆਪਣੇ ਟਿਕਾਣੇ ਉੱਤੇ ਆ ਜਾਂਦੇ। ਕਦੇ ਕਦੇ ਕੋਈ ਰੋਟੀ ਨਹੀਂ ਦਿੰਦਾ ਸੀ ਤਾਂ ਫਿਰ ਉਹ ਅਗਲੇ ਘਰੋਂ ਰੋਟੀ ਨਹੀਂ ਮੰਗਦੇ ਸਨ, ਉੱਥੋਂ ਹੀ ਵਾਪਸ ਆਪਣੇ ਟਿਕਾਣੇ ਉੱਤੇ ਆ ਕੇ ਬੈਠ ਜਾਂਦੇ ਸੀ ਤੇ ਆਖਦੇ ਸਨ, ਅੱਜ ਗੁਰੂ ਜੀ ਨੂੰ ਮੇਰਾ ਰੋਟੀ ਖਾਣਾ ਚੰਗਾ ਨਹੀਂ ਲੱਗਿਆ, ਇਸ ਲਈ ਅੱਜ ਉਹਨਾਂ ਨੇ ਮੈਨੂੰ ਰੋਟੀ ਨਹੀਂ ਦਿੱਤੀ। ਇੱਕ ਵਾਰ ਗੋਦੜੀਆ ਜੀ ਕਿਸੇ ਦੇ ਘਰ ਰੋਟੀ ਖਾਣ ਗਏ ਤੇ ਰੋਟੀ ਖਾਣ ਤੋਂ ਬਾਅਦ ਖੜੇ ਹੋਣ ਲੱਗੇ। ਰੋਟੀ ਖਾਣ ਤੋਂ ਬਾਅਦ ਖੜੇ ਹੋਣ ਲੱਗੇ, ਕਹਿੰਦੇ ਹਨ 50 ਸਾਲ। ਉਹਨਾਂ ਨੇ ਕਿਸੇ ਦੇ ਘਰ ਰੋਟੀ ਖਾਣ ਗਏ, ਉਹਨਾਂ ਨੇ ਰੋਟੀ ਦਿੱਤੀ ਭਾਈ ਸਾਹਿਬ ਜੀ ਨੂੰ, ਭਾਈ ਗੋਦੜੀਆ ਜੀ ਨੂੰ, ਤਾਂ ਰੋਟੀ ਖਾ ਕੇ ਉਹਨਾਂ ਨੇ ਵਾਪਸ ਆਉਣ ਲੱਗਿਆ ਖੜੇ ਹੋ ਕੇ ਕਿਹਾ 50 ਸਾਲ। ਘਰ ਵਾਲਿਆਂ ਨੇ ਸੁਣ ਤਾਂ ਲਿਆ ਪਰ ਗੱਲ ਦੀ ਸਮਝ ਨਾ ਲੱਗੀ ਉਹਨਾਂ ਨੂੰ। ਅਸਲ ਵਿੱਚ ਉਸ ਘਰ ਵਿੱਚ ਇੱਕ ਬੱਚਾ ਸੀ। ਅਸਲ ਵਿੱਚ ਉਸ ਘਰ ਦੇ ਵਿੱਚ ਇੱਕ ਬੱਚਾ ਸੀ ਜੋ ਕਿਸੇ ਤਾਂਤਰਿਕ ਸਾਧੂ ਦੇ ਬੋਲਾਂ ਨਾਲ ਹੋਇਆ ਸੀ। ਉਸ ਸਾਧੂ ਨੇ ਘਰ ਵਾਲਿਆਂ ਨੂੰ ਆਖਿਆ ਸੀ ਕਿ ਤੁਹਾਡੇ ਘਰ ਪੁੱਤਰ ਤਾਂ ਹੋਵੇਗਾ ਪਰ 14 ਸਾਲ ਬਾਅਦ ਮਰ ਜਾਵੇਗਾ। ਪਰ ਭਾਈ ਸਾਹਿਬ ਨੇ 50 ਸਾਲ ਕਹਿ ਕੇ ਉਸ ਦੀ ਉਮਰ 50 ਸਾਲ ਦੀ ਕਰ ਦਿੱਤੀ। ਭਾਈ ਗੋਦੜੀਆ ਜੀ ਨੇ 50 ਸਾਲ ਕਹਿ ਕੇ। ਕਈ ਸਾਲਾਂ ਬਾਅਦ ਉਹਨਾਂ ਦੇ ਘਰ ਉਹ ਤਾਂਤਰਿਕ ਸਾਧੂ ਆਇਆ ਅਤੇ ਆਖਣ ਲੱਗਾ, ਚਲੋ ਕੋਈ ਨਹੀਂ, ਬੱਚਾ ਨਹੀਂ ਰਿਹਾ ਤਾਂ ਤੁਹਾਡੇ ਮਨ ਨੂੰ ਇਹ ਤਸੱਲੀ ਤਾਂ ਹੋ ਗਈ ਕਿ ਸਾਡੇ ਬੱਚਾ ਹੈਗਾ ਸੀ। ਤੁਸੀਂ ਔਲਾਦ ਦਾ ਸੁੱਖ ਤਾਂ ਦੇਖ ਲਿਆ। ਇਤਨੀ ਦੇਰ ਨੂੰ ਉਹ ਲੜਕਾ ਬਾਹਰੋਂ ਆ ਗਿਆ। ਉਹ ਹਲੇ ਗੱਲਾਂ ਹੀ ਕਰ ਰਹੇ ਸੀ, ਸਾਧੂ ਬੋਲ ਹੀ ਰਿਹਾ ਸੀ ਕਿ ਇੰਨੀ ਨੂੰ ਉਹ ਲੜਕਾ ਬਾਹਰੋਂ ਆ ਗਿਆ। ਸਾਧੂ ਨੇ ਪੁੱਛਿਆ ਵੀ ਇਹ ਲੜਕਾ ਕੌਣ ਹੈ? ਘਰ ਵਾਲੇ ਕਹਿੰਦੇ, ਜੀ ਇਹ ਉਹ ਹੀ ਲੜਕਾ ਹੈ ਜਿਹੜਾ ਤੁਹਾਡੇ ਬੋਲਾਂ ਨਾਲ ਹੋਇਆ ਸੀ। ਸਾਧੂ ਕਹਿੰਦਾ, ਇਹ ਜਿਉਂਦਾ ਕਿਵੇਂ ਫਿਰਦਾ? ਉਹ ਕਹਿੰਦੇ, ਜੀ ਇੱਥੇ ਗੁਰੂ ਦਾ ਸਿੱਖ ਭਾਈ ਗੋਦੜੀਆ ਰਹਿੰਦਾ ਹੈ। ਉਹ ਇੱਕ ਦਿਨ ਰੋਟੀ ਖਾਣ ਆਏ ਸੀ ਤੇ ਕਹਿੰਦੇ 50 ਸਾਲ। ਸਾਨੂੰ ਉਦੋਂ ਤਾਂ ਸਮਝ ਨਾ ਲੱਗੀ, ਪਰ ਜਦੋਂ ਬੱਚਾ ਨਾ ਮਰਿਆ ਤਾਂ ਸਾਨੂੰ ਉਹਨਾਂ ਦੀ ਗੱਲ ਸਮਝ ਆ ਗਈ। ਸਾਧੂ ਨੂੰ ਬੜਾ ਗੁੱਸਾ ਆਇਆ ਤੇ ਉਸਨੇ ਭਾਈ ਗੋਦੜੀਆ ਜੀ ਦਾ ਥਾਂ ਪਤਾ ਪੁੱਛ ਕੇ
ਤੇ ਬਾਗ ਵਿੱਚ ਜਾ ਕੇ ਭਾਈ ਗੋਦੜੀਆ ਦੇ ਪੈਰਾਂ ਉੱਪਰ ਜ਼ੋਰ ਦੀ ਲੱਤ ਮਾਰੀ। ਭਾਈ ਗੋਦੜੀਆ ਜੀ ਲੰਬੇ ਪਏ ਸਨ, ਚਾਦਰ ਲੈ ਕੇ ਲੰਮੇ ਪਏ, ਗੁਰਬਾਣੀ ਸ਼ਬਦ ਦੀ ਵਿਚਾਰ ਕਰ ਰਹੀ ਸਨ। ਮੂੰਹ ਦੇ ਉੱਤੇ ਚਾਦਰ ਲਈ ਸੀ ਸਾਰੇ ਸਰੀਰ ਤੇ ਉਹ ਸਾਧੂ ਨੇ ਜਾ ਕੇ ਭਾਈ ਸਾਹਿਬ ਜੀ ਦੇ ਪੈਰਾਂ ਵਾਲੇ ਪਾਸੇ ਹੋ ਕੇ ਪੈਰਾਂ ਤੇ ਜ਼ੋਰ ਦੀ ਲੱਤ ਮਾਰੀ। ਭਾਈ ਗੋਦੜੀਆ ਨੇ ਬਿਨਾਂ ਦੇਖਿਆ ਹੀ, ਬਿਨਾਂ ਹੀ ਚਾਦਰ ਮੂੰਹ ਦੇ ਉੱਤੇ ਚੁੱਕਿਆ, ਉਸੇ ਤਰ੍ਹਾਂ ਹੀ ਕਹਿ ਦਿੱਤਾ 80 ਸਾਲ। ਸਾਧੂ ਨੇ ਫੇਰ ਜ਼ੋਰ ਦੀ ਲੱਤ ਮਾਰੀ। ਭਾਈ ਗੋਦੜੀਆ ਜੀ ਨੇ ਆਖਿਆ 90 ਸਾਲ। ਇਹ ਕਹਿ ਕੇ ਭਾਈ ਸਾਹਿਬ ਭਾਈ ਗੋਦੜੀਆ ਜੀ ਬੈਠੇ ਹੋ ਗਏ। ਸਾਧੂ ਨੇ ਭਾਈ ਗੋਦੜੀਆ ਦੇ ਮੂੰਹ ਤੇ ਇੱਕ ਥੱਪੜ ਮਾਰਿਆ ਤਾਂ ਭਾਈ ਗੋਦੜੀਆ ਜੀ ਕਹਿੰਦੇ, ਉਸ ਸਾਧੂ ਨੂੰ ਕਹਿੰਦੇ, ਦੂਜੇ ਪਾਸੇ ਵੀ ਮਾਰਦੇ, ਹੁਣ 100 ਸਾਲ ਤਾਂ ਪੂਰਾ ਕਰ ਦੇ। ਉਹ ਸਾਧੂ ਭਾਈ ਗੋਦੜੀਆ ਦੇ ਪੈਰੀਂ ਡਿੱਗ ਪਿਆ ਤੇ ਮਾਫੀਆਂ ਮੰਗਣ ਲੱਗਾ। ਕਹਿੰਦਾ, ਗੋਦੜੀਆ ਜੀ, ਤੁਸੀਂ ਐਨੀ ਸ਼ਕਤੀ ਕਿੱਥੋਂ ਹਾਸਲ ਕੀਤੀ ਹੈ? ਭਾਈ ਗੋਦੜੀਆ ਜੀ ਨੇ ਆਖਿਆ, ਤੂੰ ਜੰਤਰਾਂ ਮੰਤਰਾਂ ਦੀ ਅੱਗ ਨਾਲ ਭਰਿਆ ਹੋਇਆ ਹੈ, ਤੂੰ ਜੰਤਰਾਂ ਮੰਤਰਾਂ ਦੀ ਅੱਗ ਨਾਲ ਭਰਿਆ ਹੋਇਆ ਹਰ ਵੇਲੇ ਸੜਦਾ ਬਲਦਾ ਰਹਿੰਦਾ ਹੈ, ਪਰ ਮੇਰੀ ਰਸਨਾ ਤੇ ਹਰ ਵੇਲੇ ਗੁਰੂ ਨਾਨਕ ਦਾ ਵਾਸਾ ਹੈ। ਮੈਂ ਹਰ ਵੇਲੇ ਗੁਰੂ ਜੀ ਦੀ ਬਾਣੀ ਜਪਜੀ ਸਾਹਿਬ ਪੜ੍ਹਦਾ ਰਹਿੰਦਾ ਹਾਂ। ਤੂੰ ਇਹ ਸਭ ਕੁਝ ਛੱਡ ਕੇ ਗੁਰੂ ਦੇ ਲੜ ਲੱਗ ਜਾ, ਤੇਰੇ ਉੱਤੇ ਵੀ ਕਿਰਪਾ ਹੋ ਜਾਊਗੀ। ਬਾਅਦ ਵਿੱਚ ਉਹ ਬੱਚਾ 95 ਸਾਲ ਤੱਕ ਜਿਉਂਦਾ ਰਿਹਾ। ਇਸ ਤਰ੍ਹਾਂ ਭਾਈ ਸਾਹਿਬ ਦਾ ਪਿੰਡ ਵਿੱਚ ਬਹੁਤ ਜਸ ਹੋਣ ਲੱਗਾ। ਲੋਕ ਆਉਣ ਲੱਗ ਪਏ ਉਹਨਾਂ ਕੋਲ, ਤਾਂ ਉਹਨਾਂ ਨੇ ਉਹ ਪਿੰਡ ਛੱਡ ਦਿੱਤਾ ਅਤੇ ਹੋਰ ਕਿਤੇ ਜਾਣ ਲੱਗੇ। ਰਸਤੇ ਵਿੱਚ ਜਾ ਹੀ ਰਹੇ ਸਨ ਕਿ ਕਿਸੇ ਜ਼ਿਮੀਂਦਾਰ ਨੇ ਭਾਈ ਗੋਦੜੀਆ ਜੀ ਨੂੰ ਵਿਹਲਾ ਤੇ ਕਮਲਾ ਜਿਹਾ ਜਾਣ ਕੇ ਗੋਦੜੀਆ ਜੀ ਨੂੰ ਕੰਮ ਉੱਤੇ ਲਾ ਲਿਆ। ਭਾਈ ਗੋਦੜੀਆ ਜੀ ਜ਼ਿਮੀਂਦਾਰ ਦੀਆਂ ਛਿੱਟੀਆਂ ਪੁੱਟ ਰਹੇ ਸਨ, ਤਾਂ ਕਿਸੇ ਜਾਂਦੇ ਹੋਏ ਰਾਹੇ ਪਾਂਦੀ ਨੇ ਭਾਈ ਸਾਹਿਬ ਜੀ ਨੂੰ ਪਛਾਣ ਲਿਆ ਤੇ ਪੁੱਛਿਆ, ਭਾਈ ਸਾਹਿਬ ਜੀ, ਇਹ ਕੀ ਕਰੀ ਜਾਂਦੇ ਹੋ? ਤਾਂ ਭਾਈ ਗੋਦੜੀਆ ਜੀ ਕਹਿੰਦੇ, ਜੱਟ ਦੀਆਂ ਜੜ੍ਹਾਂ ਪੁੱਟੀ ਜਾਂਦਾ। ਉਹ ਵਾਕ ਵੀ ਪੂਰਾ ਹੋ ਗਿਆ ਅਤੇ ਬਾਅਦ ਵਿੱਚ ਉਸ ਜੱਟ ਦਾ ਕੱਖ ਵੀ ਨਹੀਂ ਰਿਹਾ, ਸਭ ਬਰਬਾਦ ਹੋ ਗਿਆ। ਇਹਨਾਂ ਦੋਨਾਂ ਗੱਲਾਂ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਆ ਕਿ ਇਸ ਤਰ੍ਹਾਂ ਵਾਹਿਗੁਰੂ ਦੇ ਬਖਸ਼ੇ ਪੁਰਸ਼ਾਂ ਦੀ ਬਾਣੀ ਭਾਵ ਬੋਲਾਂ ਵਿੱਚ ਬਹੁਤ ਤਾਕਤ ਆ ਜਾਂਦੀ ਹੈ। ਉਹਨਾਂ ਦਾ ਸਹਿਜੇ ਹੀ ਬੋਲਿਆ ਹੋਇਆ ਵਾਰਸ ਰੱਬ ਬਣ ਜਾਂਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਇਸ ਪੰਕਤੀ ਵਿੱਚ ਕਹਿੰਦੇ ਹਨ ਕਿ ਕਰਮ ਖੰਡ ਕੀ ਦਾ ਮਤਲਬ ਹੋ ਗਿਆ ਕਿਰਪਾ ਤੇ ਬਖਸ਼ਿਸ਼ ਵਾਲੇ ਪੁਰਸ਼ਾਂ ਦੀ। ਕਰਮ ਮੀਨਸ ਕਿਰਪਾ, ਬਖਸ਼ੀਸ਼, ਮਿਹਰ ਵਾਲੇ ਪੁਰਖਾਂ ਦੀ ਬਾਣੀ ਜੋਰ, ਉਹਨਾਂ ਦੇ ਬੋਲਾਂ ਵਿੱਚ ਤਾਕਤ ਆ ਜਾਂਦੀ ਹੈ। ਉਹਨਾਂ ਦੀ ਬੋਲੀ ਜਿਹੜੀ ਹੁੰਦੀ ਬੜੀ ਤਾਕਤਵਰ, ਪਾਵਰਫੁਲ ਹੁੰਦੀ ਹੈ। ਇਸ ਕਰਕੇ ਨਾਮ ਜਪਣ ਵਾਲੇ ਪੁਰਖਾਂ ਤੋਂ, ਜਿਨ੍ਹਾਂ ਉੱਤੇ ਵਾਹਿਗੁਰੂ ਦੀ ਬਹੁਤ ਮਿਹਰ ਹੁੰਦੀ ਹੈ,
ਸਾਨੂੰ ਉਹਨਾਂ ਦਾ ਸਤਿਕਾਰ ਤੇ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਨੂੰ ਸਿੱਧੇ ਸਾਧੇ ਅਤੇ ਸ਼ਰੀਫ ਜਿਹੇ ਜਾਣ ਕੇ ਪਰੇਸ਼ਾਨ ਜਾਂ ਦੁਖੀ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਪੁਰਸ਼ਾਂ ਦੀ ਬੋਲੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ, ਪਤਾ ਨਹੀਂ ਕਦੋਂ ਕੀ ਬੋਲ ਦੇਣ। ਅਸੀਂ ਅੱਜ ਕੱਲ 5-6 ਗੱਡੀਆਂ ਵਾਲੇ ਬਾਬਿਆਂ ਦੇ ਚਿੱਟੇ ਚੋਲਿਆਂ ਤੋਂ ਡਰਦੇ ਹਾਂ ਕਿ ਪਹੁੰਚੇ ਹੋਏ ਸੰਤ ਆ ਜੀ, ਵੱਡੇ ਮਸ਼ਹੂਰ ਸੰਤ ਆ, ਇਹਨਾਂ ਦੀ ਸੇਵਾ ਕਰੋ, ਕਿਤੇ ਸ਼ਰਾਬ ਨਾ ਦੇ ਦੇਣ, ਕਿਤੇ ਨਾਰਾਜ਼ ਨਾ ਹੋ ਜਾਣ, ਖੁਸ਼ ਹੋ ਜਾਣਗੇ ਤਾਂ ਬਖਸ਼ਿਸ਼ਾਂ ਕਰ ਦੇਣਗੇ। ਪਰ ਇਹਦੇ ਕੰਪੇਅਰ ਜਿਹੜੇ ਸਿੱਧੇ ਸਾਧੇ ਤੇ ਭਜਨੀਕ ਪੁਰਸ਼ ਹੁੰਦੇ, ਜਿਹੜੇ ਮਸ਼ਹੂਰ ਨਹੀਂ ਹੁੰਦੇ, ਜਿਨ੍ਹਾਂ ਕੋਲੇ ਬਹੁਤ ਲੋਕਾਂ ਦਾ ਆਉਣਾ ਜਾਣਾ ਨਹੀਂ ਹੁੰਦਾ, ਉਹ ਰੱਬ ਨੂੰ ਜ਼ਿਆਦਾ ਪਿਆਰੇ ਹੁੰਦੇ। ਉਹਨਾਂ ਦੇ ਉੱਪਰ ਹੋ ਸਕਦਾ ਕਿ ਦੂਜਿਆਂ ਨਾਲੋਂ ਜ਼ਿਆਦਾ ਕਿਰਪਾ ਹੋਵੇ, ਤੇ ਸਾਨੂੰ ਉਹਨਾਂ ਨੂੰ ਵਿਹਲੜ ਅਤੇ ਨਾ ਮਸ਼ਹੂਰ ਹੋਣ ਵਾਲੇ ਜਾਣ ਕੇ ਉਹਨਾਂ ਦੇ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ। ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਤੇ ਵਿਸ਼ਰਾਮ ਆਊਗਾ ਇੱਕੋ ਹੀ, ਤਿੱਥੈ ਵਿਸ਼ਰਾਮ, ਹੋਰ ਨਾ ਕੋਈ ਹੋਰ। ਇਹਦਾ ਉਚਾਰਨ ਠੀਕ ਹੈ। ਤਿੱਥੇ ਦਾ ਮਤਲਬ ਹੋ ਗਿਆ ਉੱਥੇ ਜਾਂ ਉਸ ਥਾਂ ਤੇ, ਹੋਰ ਨਾ ਕੋਈ ਹੋਰ। ਨੰਨਿਆ ਕੱਲਾ ਮੁਕਤ ਹੈ, ਨੰਨੇ ਨੂੰ ਕਰਨਾ ਨਹੀਂ ਲੱਗਿਆ, ਥੋੜੀ ਜਿਹੀ ਆਵਾਜ਼ ਦੇਣੀ। ਹੋਰ ਨਾ ਕੋਈ ਹੋਰ, ਹੋਰ ਨਾ ਕੋਈ ਹੋਰ, ਐ ਨਹੀਂ ਕਹਿਣਾ, ਇਸ ਤਰ੍ਹਾਂ ਬੋਲਣਾ, ਹੋਰ ਨਾ ਕੋਈ ਹੋਰ, ਇਸ ਤਰ੍ਹਾਂ। ਤਿੱਥੈ ਹੋਰ ਨਾ ਕੋਈ ਹੋਰ। ਇਸ ਪੰਕਤੀ ਦਾ ਅਰਥ ਹੈ ਕਿ ਉਸ ਮੰਡਲ ਵਿੱਚ ਜੋ ਬਖਸ਼ਿਸ਼ ਤੇ ਮਿਹਰ ਵਾਲਾ, ਕਿਰਪਾ ਵਾਲਾ ਮੰਡਲ ਹੈ, ਦੇਸ਼ ਹੈ, ਉਸ ਵਿੱਚ ਹੋਰ ਕੋਈ ਨਹੀਂ ਵਸਦਾ। ਉੱਥੇ ਉਹੀ ਵਸਦੇ ਹਨ ਜੋ ਗੁਰੂ ਜੀ ਨੇ ਅਗਲੀਆਂ ਪੰਕਤੀਆਂ ਵਿੱਚ ਕਹੇ ਹਨ। ਜੋ ਅਗਲੀਆਂ ਪੰਕਤੀਆਂ ਅਸੀਂ ਪੜ੍ਹਾਂਗੇ ਨਾ, ਉਸ ਸਰਮਖੰਡ ਦੇ ਵਿੱਚ ਉਹ ਕਰਮਖੰਡ ਦੇ ਵਿੱਚ ਉਹ ਹੀ ਵਸਦੇ ਹਨ ਜਿਨ੍ਹਾਂ ਬਾਰੇ ਗੁਰੂ ਜੀ ਨੇ ਹੁਣ ਅਗਲੀਆਂ ਪੰਕਤੀਆਂ ਦੇ ਵਿੱਚ ਵਰਣਨ ਕੀਤਾ, ਡਿਟੇਲ ਦਿੱਤੀ ਆ। ਦੈਨ ਤਿੱਥੈ ਜੋਧ ਮਹਾਬਲ ਸੂਰ, ਤਿੱਥੈ ਤੇ ਵਿਸ਼ਰਾਮ ਇੱਕੋ ਹੀ, ਤਿੱਥੈ ਵਿਸ਼ਰਾਮ ਜੋਧ ਮਹਾਬਲ ਸੂਰ ਇਕੱਠਾ। ਤਾਂ ਇਸ ਤਰ੍ਹਾਂ ਬੋਲਣਾ, ਤਿੱਥੈ ਜੋਧ ਮਹਾਬਲ ਸੂਰ। ਇਸ ਦਾ ਅਰਥ ਹੈ, ਤਿੱਥੇ ਦਾ ਮਤਲਬ ਉੱਥੇ ਹੋ ਗਿਆ। ਤਾਂ ਉੱਥੇ ਬਹੁਤ ਬਲਵਾਨ ਯੋਧੇ, ਜਿਨ੍ਹਾਂ ਦੇ ਸਰੀਰ ਵਿੱਚ ਬਹੁਤ ਤਾਕਤ ਹੁੰਦੀ ਹੈ। ਯੋਧ ਮਤਲਬ ਬਹੁਤ ਤਾਕਤ ਵਾਲੇ ਸੂਰਬੀਰ ਯੋਧੇ, ਜੋ 100 ਜਾਂ 1000 ਬੰਦੇ ਨਾਲ ਇਕੱਲੇ ਲੜ ਸਕਦੇ ਹਨ। ਇੱਥੇ 3 ਸ਼ਬਦ ਹੈ, ਯੋਧ, ਮਹਾਬਲ, ਸੂਰ। 3 ਤਰ੍ਹਾਂ ਦੇ ਯੋਧਿਆਂ ਦੀ ਗੱਲ ਕੀਤੀ ਹੈ। ਯੋਧ ਮੀਨਸ ਬਹੁਤ ਬਲਵਾਨ ਯੋਧੇ, ਜਿਨ੍ਹਾਂ ਦੇ ਸਰੀਰ ਵਿੱਚ ਬਹੁਤ ਤਾਕਤ ਹੁੰਦੀ ਹੈ, ਜਾਂ 100 ਜਾਂ 1000 ਬੰਦਿਆਂ ਨਾਲ ਲੜ ਸਕਦੇ ਹਨ। ਮਹਾਬਲ ਮੀਨਸ ਮਹਾਬਲੀ, ਜਿਨ੍ਹਾਂ ਕੋਲ ਸਰੀਰ ਦੀ ਤਾਕਤ ਦੇ ਨਾਲ ਨਾਲ ਦੇਵਤਿਆਂ ਦੀਆਂ ਸ਼ਕਤੀਆਂ ਦਾ ਵਰ ਵੀ ਹੁੰਦਾ, ਉਹ ਕਦੇ ਹਾਰਦੇ ਨਹੀਂ। ਮਹਾਬਲ ਮਤਲਬ ਮਹਾਬਲੀ, ਜਿਨ੍ਹਾਂ ਕੋਲੇ ਸਰੀਰ ਦੀ ਤਾਕਤ ਤਾਂ ਹੁੰਦੀ ਹੈ, ਬਟ ਉਹਨਾਂ ਕੋਲੇ ਆਪਣੇ ਗੁਰੂ ਦੀ ਜਾਂ ਜਿਸ ਦੀ ਉਹ ਪਾਠ ਪੂਜਾ ਕਰਦੇ ਦੇਵੀ ਦੇਵਤੇ ਦੀਆਂ ਬਖਸ਼ਿਸ਼ਾਂ, ਮਿਹਰਾਂ, ਉਹਨਾਂ ਦੀਆਂ ਦਿੱਤੀਆਂ ਸ਼ਕਤੀਆਂ ਵੀ ਹੁੰਦੀਆਂ। ਜਦੋਂ ਉਹਨਾਂ ਦੇ ਕੁਲ ਦੇ ਇਸ਼ਟ ਦੇਵ ਹੁੰਦੇ ਹਨ, ਜਾਂ ਪਾਰਬ੍ਰਹਮ ਪਰਮੇਸ਼ਰ ਦੀ ਭਗਤੀ ਕਰਕੇ ਸ਼ਕਤੀ ਪ੍ਰਾਪਤ ਕੀਤੀ, ਜਿਵੇਂ ਰਾਵਣ ਨੇ ਕੀਤੀ ਸੀ। ਇਸ ਤਰ੍ਹਾਂ ਜਿਵੇਂ ਬਾਹੂਬਲੀ ਤੁਸੀਂ ਦੇਖਿਆ, ਉਹਦੀ ਫੈਮਿਲੀ ਨੂੰ ਵੀ ਉਹਨਾਂ ਦੇ ਇਸ਼ਟ ਦੇਵ ਦੀਆਂ ਸ਼ਕਤੀਆਂ ਸੀ। ਸੋ ਉਹ ਇੱਕ ਸਟੋਰੀ ਸੀ। ਸੋ ਆਪਾਂ ਉਹਦੀ ਗੱਲ ਜ਼ਿਆਦਾ ਨਹੀਂ ਕਰਦੇ ਗਿਆ, ਆਪਾਂ ਕਰਦੇ ਹਾਂ ਵੀ ਜਿਨ੍ਹਾਂ ਦੇ ਉੱਪਰ
ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਪ੍ਰਮਾਤਮਾ ਦੀ ਮਿਹਰ ਹੁੰਦੀ ਹੈ। ਤਾਕਤਵਰ ਹੋਣ ਦੇ ਨਾਲ ਨਾਲ ਉਹਨਾਂ ਨੇ ਭਗਤੀ ਕਰਕੇ ਆਪਣੇ ਗੁਰੂ ਦੇਵ ਤੋਂ, ਇਸ਼ਟ ਦੇਵ ਤੋਂ, ਦੇਵੀ ਦੇਵਤੇ ਤੋਂ, ਪ੍ਰਮਾਤਮਾ ਤੋਂ ਸ਼ਕਤੀਆਂ ਵੀ ਪ੍ਰਾਪਤ ਕੀਤੀਆਂ ਹੁੰਦੀਆਂ ਤੇ ਉਹ ਕਦੇ ਵੀ ਨਹੀਂ ਹਾਰਦੇ। ਸੂਰ, ਜੋਧ, ਮਹਾਬਲ, ਸੂਰ। ਸੂਰ ਦਾ ਮਤਲਬ ਸੂਰਮੇ, ਸੂਰਮੇ ਜੋ ਸਭ ਨੂੰ ਜਿੱਤ ਕੇ ਮੌਤ ਨੂੰ ਵੀ ਜਿੱਤ ਲੈਂਦੇ ਹਨ। ਜਿਵੇਂ ਭੀਸ਼ਮ ਪਿਤਾਮਾ ਬਹੁਤ ਵੱਡਾ ਸੂਰਮਾ ਸੀ, ਬਾਬਾ ਦੀਪ ਸਿੰਘ ਜੀ ਬਹੁਤ ਵੱਡੇ ਸੂਰਮੇ ਸਨ, ਭਾਈ ਮਨੀ ਸਿੰਘ ਜੀ ਤੇ ਭਾਈ ਤਾਰੂ ਸਿੰਘ ਜੀ ਇਹ ਸੂਰਮੇ ਹੋਇਆ। ਅਸੀਂ ਸੂਰਮੇ ਨੂੰ ਛੋਟਾ ਸ਼ਬਦ ਸਮਝਦੇ ਹਾਂ ਤੇ ਮਹਾਬਲੀ ਨੂੰ ਵੱਡਾ ਸਮਝਦੇ ਹਾਂ, ਬਟ ਕਿ ਮਹਾਬਲੀ ਸੂਰਮੇ ਦੇ ਨਾਲੋਂ ਘੱਟ ਤਾਕਤਵਰ ਹੁੰਦਾ। ਸੂਰਮਾ ਸਭ ਤੋਂ ਲਾਸਟ ਵਾਲਾ ਪਾਵਰਫੁੱਲ ਹੁੰਦਾ, ਜਿਹਦੇ ਕੋਲੇ ਪ੍ਰਮਾਤਮਾ ਦੀਆਂ ਸ਼ਕਤੀਆਂ ਦੇ ਨਾਲ ਨਾਲ ਉਹਨਾਂ ਨੇ ਮੌਤ ਨੂੰ ਵੀ ਜਿੱਤਿਆ ਹੁੰਦਾ। ਇਸ ਦਾ ਦੂਜਾ ਅਰਥ ਬਣਦਾ ਜੋਧ, ਮਨ ਨੂੰ ਜਿੱਤਣ ਵਾਲੇ ਯੋਧੇ। ਮਹਾਬਲ, ਮਨ, ਵਿਕਾਰਾਂ ਅਤੇ ਇੰਦਰੀਆਂ ਨੂੰ ਜਿੱਤਣ ਵਾਲੇ ਮਹਾਬਲੀ ਯੋਧੇ। ਸੂਰ, ਮਨ, ਵਿਕਾਰ ਅਤੇ ਮਾਇਆ ਨੂੰ ਜਿੱਤਣ ਵਾਲੇ ਸੂਰਮੇ। ਇਹਦਾ ਦੂਜਾ ਅਰਥ ਅੰਤਰੀ ਭਾਵ ਏਦਾਂ ਬਣਦਾ। ਦੈਨ ਤਿੰਨ ਮਹੇ ਰਾਮ ਰਿਹਾ ਭਰਪੂਰ। ਮਹੇ ਤੇ ਵਿਸ਼ਰਾਮ ਆਊਗਾ। ਤਿੰਨ ਮਹੇ ਰਾਮ ਰਿਹਾ ਭਰਪੂਰ, ਤਿੰਨ ਮਹੇ ਵਿਸ਼ਰਾਮ। ਰਾਮ ਰਿਹਾ ਭਰਪੂਰ ਉਚਾਰਨ ਠੀਕ ਹੈ ਤਕਰੀਬਨ, ਪਰ ਇੱਥੇ ਅਸੀਂ ਤਿੰਨ ਮਹੇ ਕਹਿਣਾ, ਤਿੰਨ ਮਹਿ ਨਹੀਂ ਕਹਿਣਾ। ਮਹਿ ਨਹੀਂ ਕਹਿਣਾ ਤੇ ਤਿੰਨ ਮੈਂ ਅਸੀਂ ਕਈ ਵਾਰੀ ਐਂ ਬੋਲਦੇ ਹਾਂ, ਤਿੰਨ ਮੈਂ ਰਾਮ ਰਿਹਾ ਭਰਪੂਰ, ਤੇ ਭਰਪੂਰ ਨੂੰ ਵੀ ਭਰਪੂਰ ਕਹਿੰਦੇ ਆ। ਤਿੰਨ ਮੈਂ ਰਾਮ ਰਿਹਾ ਭਰਪੂਰ, ਭਰਪੂਰ ਨੀ। ਤਿੰਨ ਮਹੇ, ਮੰਮਾ ਹਾਹੀ ਸਿਆਰੀ ਮਹੇ, ਰਾਮ ਰਿਹਾ ਭਰਪੂਰ ਇਸ ਤਰ੍ਹਾਂ। ਸੋ ਇਸ ਪੰਕਤੀ ਦਾ ਅਰਥ ਹੈ ਤਿੰਨ ਮਹਿ ਰਾਮ ਰਿਹਾ ਭਰਪੂਰ, ਮਤਲਬ ਉਹਨਾਂ ਦੇ ਅੰਦਰ ਤਿੰਨ, ਮਤਲਬ ਉਹਨਾਂ ਤਿੰਨ, ਤਿੰਨ ਨਹੀਂ ਕਹਿਣਾ ਟਿਕਾ ਕੇ, ਤਿੰਨ ਨਹੀਂ ਕਹਿਣਾ ਪੋਲਾ ਜਿਹਾ, ਤਿੰਨ ਬੋਲਣਾ। ਤਿੰਨ ਮਹੇ, ਤਿੰਨ ਮੀਨਸ ਉਹਨਾਂ ਦੇ। ਜਦੋਂ ਅਸੀਂ ਤਿੰਨ ਬੋਲਾਂਗੇ ਥੋੜਾ ਪ੍ਰੈਸ਼ਰ ਦੇ ਕੇ 1 2 3 4 1 2 3 ਉਹ ਤਿੰਨ ਬਣ ਜੂਗਾ, ਹੈ ਨਾ। ਤਿੰਨ ਕਵਾਂਗੇ, ਤਿੰਨ ਮੀਨਸ ਉਹਨਾਂ ਦੇ। ਮਹੇ, ਮਹੇ ਮਤਲਬ ਅੰਦਰ ਜਾਂ ਵਿੱਚ। ਤਿੰਨ ਮਹੇ ਉਹਨਾਂ ਦੇ ਅੰਦਰ ਸਰਬ ਵਿਆਪਕ ਪ੍ਰਭੂ ਦਾ ਬਲ ਭਰਿਆ ਹੁੰਦਾ ਹੈ। ਰਾਮ ਰਿਹਾ ਭਰਪੂਰ, ਭਰਪੂਰ ਮਤਲਬ ਭਰੇ ਹੋਏ, ਰਿਹਾ ਮਤਲਬ ਬਲ, ਤਾਕਤ ਉਹਨਾਂ ਦੇ ਅੰਦਰ ਭਰਿਆ ਰਹਿੰਦਾ ਹੈ। ਰਿਹਾ ਮਤਲਬ ਰਹਿੰਦਾ ਹੈ। ਵਿਕਾਰਾਂ ਨੂੰ ਜਿੱਤਣ ਵਾਲੇ ਮਹਾਬਲੀ ਯੋਧਿਆਂ ਤੇ ਸੂਰਮਿਆਂ ਦੇ ਰੋਮ ਰੋਮ ਵਿੱਚ ਪ੍ਰਭੂ ਦੀ ਸ਼ਕਤੀ ਭਰੀ ਰਹਿੰਦੀ ਹੈ। ਰਾਮ ਰਿਹਾ ਭਰਪੂਰ, ਪਰਮਾਤਮਾ ਦੀ ਸ਼ਕਤੀ ਉਹਨਾਂ ਦੇ ਅੰਦਰ ਹਰ ਵੇਲੇ ਭਰੀ ਰਹਿੰਦੀ ਹੈ। ਉਹ ਪਰਮਾਤਮਾ ਦੀ ਸ਼ਕਤੀ ਦੇ ਨਾਲ ਭਰੇ ਹਨ। ਉਹਨਾਂ ਦੇ ਅੰਦਰ ਪਰਮਾਤਮਾ ਦੀ ਸ਼ਕਤੀ ਭਰੀ ਹੋਈ ਹੈ ਨਾ। ਇਸ ਤਰ੍ਹਾਂ ਕਿਹਨਾਂ ਦੇ? ਜੋਧ ਮਹਾਬਲ ਸੂਰ, ਯੋਧਿਆਂ ਦੇ, ਮਹਾਬਲੀਆਂ ਦੇ, ਸੂਰਮਿਆਂ ਦੇ। ਠੀਕ। ਦੈਨ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਇੱਕੋ ਹੀ ਵਿਸ਼ਰਾਮ ਹੈ ਤਿੱਥੈ ਤੇ। ਤਿੱਥੈ ਵਿਸ਼ਰਾਮ, ਸੀਤੋ ਸੀਤਾ ਮਹਿਮਾ ਮਾਹੇ, ਇਸ ਤਰ੍ਹਾਂ। ਸੋ ਇਹਦਾ ਜਿਹੜਾ ਉਚਾਰਨ ਹੈ ਨਾ, ਤਕਰੀਬਨ ਅਸੀਂ ਗਲਤ ਕਰਦੇ ਹਾਂ। ਅਸੀਂ ਕਹਿੰਦੇ ਹਾਂ ਸੀਤੋ ਸੀਤਾ, ਹੈ ਨਾ, ਤਾਂ ਅਸੀਂ ਸਾਡੇ ਦਿਮਾਗ 'ਚ ਉਸੇ ਵੇਲੇ ਰਾਮ ਜੀ ਦੀ ਸੀਤਾ ਆ ਜਾਂਦੀ ਹੈ, ਜੋ ਭਗਵਾਨ ਰਾਮ ਜੀ ਦੇ ਪਤਨੀ ਵਾਈਫ ਮਾਤਾ ਸੀਤਾ ਜੀ ਹੈ। ਸਾਡੇ ਦਿਮਾਗ 'ਚ ਸੀਤਾ ਸ਼ਬਦ ਪੜ੍ਹ ਕੇ ਉਹਨਾਂ ਦੀ ਫੋਟੋ ਆ ਜਾਂਦੀ, ਜਾਂ ਉਹਨਾਂ ਦਿਮਾਗ 'ਚ ਆ ਜਾਂਦੀ। ਨਹੀਂ, ਇਹ ਸੀਤੋ ਸੀਤਾ ਨਹੀਂ ਬੋਲਣਾ। ਇਹ
ਦੋਵੇਂ ਅੱਖਰਾਂ ਨੇ ਸੀਤੋ ਨੂੰ ਤੇ ਸੀਤਾ ਨੂੰ ਟਿਕਾ ਕੇ ਬੋਲਣਾ, ਸੱਸੇ ਨੂੰ ਭਾਰਾ ਕਰਕੇ। ਸੀਤੋ ਸੀਤਾ, ਸੀਤੋ ਸੀਤਾ ਮਹਿਮਾ ਮਾਹੇ। ਤਾਂ ਸੀਤੋ ਜਾਂ ਸੀਤਾ ਦਾ ਅਰਥ ਪਤਾ ਕੀ ਬਣਦਾ? ਜੁੜਿਆ ਹੋਇਆ, ਸੀਤਾ ਹੋਇਆ। ਜਿਵੇਂ ਅਸੀਂ ਕੱਪੜੇ ਨੂੰ ਕੱਪੜੇ ਨਾਲ ਸਿਉਂ ਦਿੰਦੇ ਹਾਂ, ਅਸੀਂ ਕਹਿੰਦੇ ਆਹ ਕੱਪੜਾ ਸੀਤਾ ਗਿਆ। ਸੀਤਾ, ਸੀਤਾ ਨਹੀਂ, ਸੀਤਾ, ਜੋੜਿਆ ਗਿਆ, ਸਿਉਂ ਦਿੱਤਾ, ਜੁੜ ਗਿਆ, ਹੈ ਨਾ। ਇਹ ਸੀਤੋ ਸੀਤਾ, ਸੀਤੋ ਸੀਤਾ ਕਹਿਣਾ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਐ ਬੋਲਣਾ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਐ ਨਹੀਂ ਕਹਿਣਾ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਇਹ ਸੀਤੋ ਸੀਤਾ ਟਿਕਾ ਕੇ ਸੱਸੇ ਨੂੰ ਭਾਰਾ ਕਰਕੇ ਬੋਲਣਾ। ਸੀਤੋ ਸੀਤਾ, ਇਸ ਤਰ੍ਹਾਂ। ਸੋ ਇਹਦਾ ਅਰਥ ਹੈ ਕਿ ਤਿੱਥੈ ਮੀਨਸ ਉੱਥੇ, ਉੱਥੇ ਉਹ ਹਰ ਵੇਲੇ ਵਾਹਿਗੁਰੂ ਦੀ ਸਿਫਤ ਵਿੱਚ ਸੀਤੇ ਭਾਵ ਜੁੜੇ ਰਹਿੰਦੇ ਹਨ। ਵਾਹਿਗੁਰੂ ਦੀ ਮਹਿਮਾ ਵਿੱਚ ਇਸ ਤਰ੍ਹਾਂ ਸਿਉਂਤੇ ਗਏ ਹਨ ਜਿਵੇਂ ਕੱਪੜਾ ਕੱਪੜੇ ਨਾਲ ਸੀਤਾ ਜਾਂਦਾ। ਉਹ ਨਿਰਗੁਣ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਕੇ ਸ਼ਾਂਤ ਚਿੱਤ ਰਹਿੰਦੇ ਹਨ। ਜਿਹੜੇ ਸਨਮੁਖੀ ਪੁਰਸ਼ ਹਨ, ਕਿਰਪਾ ਵਾਲੇ ਹਨ। ਹੁਣ ਸਰਮਖੰਡ ਦੀ ਗੱਲ ਚੱਲ ਰਹੀ ਹੈ ਨਾ, ਸਰਮਖੰਡ ਦੇ ਵਾਸੀ ਜੋ ਹਨ ਉਹ ਉੱਥੇ ਇਸ ਤਰ੍ਹਾਂ ਉਹ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਹਨ। ਤੇ ਇਸ ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਇਸ ਮਾਤਲੋਕ ਵਿੱਚ ਜੀਵਨ ਵਿੱਚ ਵੀ ਉਹ ਵਾਹਿਗੁਰੂ ਦੀ ਮਹਿਮਾ ਵਿੱਚ ਸਿਮਟੇ ਗਏ ਹਨ। ਜਿਵੇਂ ਕੱਪੜਾ ਕੱਪੜੇ ਨਾਲ ਸੀਤਾ ਜਾਂਦਾ, ਉਹਨਾਂ ਦੀ ਸੁਰਤ ਵਾਹਿਗੁਰੂ ਦੀ ਸਿਫਤ ਵਿੱਚ ਇਸ ਤਰ੍ਹਾਂ ਸੀਤੀ ਰਹਿੰਦੀ, ਭਾਵ ਜੁੜੀ ਰਹਿੰਦੀ ਹੈ। ਤੇ ਉਹ ਵਾਹਿਗੁਰੂ ਵਿੱਚ ਲੀਨ ਹੋ ਕੇ ਸ਼ਾਂਤ ਚਿੱਤ ਰਹਿੰਦੇ ਹਨ। ਦੈਨ ਤਾਕੇ ਰੂਪ ਨਾ ਕਥਨੇ ਜਾਹੇ, ਰੂਪ ਤੇ ਵਿਸ਼ਰਾਮ ਆਊਗਾ। ਤਾਕੇ ਰੂਪ ਵਿਸ਼ਰਾਮ ਨਾ ਕਥਨੇ ਜਾਹੇ, ਇਸ ਤਰ੍ਹਾਂ। ਸੋ ਨੰਨਾ ਕੱਲਾ ਹੀ ਹੈ, ਨੰਨੇ ਨੂੰ ਕੰਨਾ ਨਹੀਂ ਲੱਗਿਆ ਹੋਇਆ। ਨਾ ਕਥਨੇ ਜਾਹੇ, ਇਸ ਤਰ੍ਹਾਂ ਬੋਲਣਾ। ਇੰਨਾ ਕੀ ਨਾ ਕਥਨੇ ਜਾਹੇ ਐ ਨਹੀਂ ਬੋਲਣਾ। ਜੇ ਲੌਂਗ ਸਾਊਂਡ ਕਰਾਂਗੇ ਨਾ ਤਾਂ ਕੰਨੇ ਨੂੰ ਕੰਨਾ ਬੋਲੂ, ਨੰਨੇ ਨੂੰ। ਬਟ ਇਹ ਜਿਹੜਾ ਨੰਨਾ ਹੈ ਵਿਦਾਊਟ ਕੰਨਾ, ਇੱਦਾਂ ਬੋਲਾਂਗੇ। ਤਾਕੇ ਰੂਪ ਨਾ ਕਥਨੇ ਜਾਹੇ, ਇੱਦਾਂ। ਇਸ ਦਾ ਅਰਥ ਹੈ ਕਿ ਉਹਨਾਂ ਦੇ ਸੁੰਦਰਤਾ ਵਾਲੇ ਰੂਪਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਹੁਣ ਪਿੱਛੇ ਪੜਿਆ ਨਾ ਆਪਾਂ ਵੀ ਜਿਹੜੇ ਕਿਰਪਾ ਵਾਲੇ ਸਰਮਖੰਡ ਵਾਸੀ ਹਨ, ਸਨਮੁਖੀ ਪੁਰਸ਼ ਹਨ, ਹਰ ਵੇਲੇ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਦੇ ਸੁੰਦਰ ਚਿਹਰੇ, ਉਹਨਾਂ ਦੇ ਸੁੰਦਰ ਰੂਪ ਦੇਖਣ ਵਾਲੇ ਹੁੰਦੇ ਆ ਤੇ ਉਹਨਾਂ ਦੀ ਚਿਹਰਿਆਂ ਦੀ ਸੁੰਦਰਤਾ ਕਹੀ ਨਹੀਂ ਜਾ ਸਕਦੀ। ਹੁਣ ਇਸੇ ਪੌੜੀ ਦੇ ਵਿੱਚ ਇਸ ਤੋਂ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਪਰਮ ਪਦ ਅਵਸਥਾ ਵਾਲੇ ਸਤਿਗੁਰੂ ਰੂਪ ਸਤਿਪੁਰਸ਼ ਜੋ ਸੱਚਖੰਡੀ ਵਾਸੀ ਹਨ, ਉਹਨਾਂ ਦੀ ਸੱਚਖੰਡੀ ਵਾਲੀ ਅਵਸਥਾ ਨੂੰ ਕਹਿੰਦੇ ਹਨ। ਜੋ ਸੱਚਖੰਡ ਦੇ ਵਾਸੀ ਹਨ, ਹੁਣ ਇੱਥੋਂ ਤੱਕ ਕਿਰਪਾ ਤੇ ਬਖਸ਼ਿਸ਼ਾਂ ਵਾਲੇ ਸਤਿਪੁਰਖਾਂ ਦੀ ਗੱਲ ਕੀਤੀ ਹੈ। ਹੁਣ ਇਸ ਤੋਂ ਅੱਗੇ ਸਤਿਗੁਰੂ ਜੀ ਜੋ ਪਰਮ ਪਦ ਅਵਸਥਾ ਵਾਲੇ ਸਤਿਪੁਰਸ਼ ਹਨ, ਸਤਿਗੁਰੂ ਰੂਪ ਹਨ। ਜਿਵੇਂ ਅਸੀਂ ਕਹਿੰਦੇ ਨੇ ਨਾ, ਜਦੋਂ ਕੋਈ ਸਪੀਚ ਦੇਣੀ ਹੁੰਦੀ ਕਿਸੇ ਨੇ ਸਟੇਜ ਦੇ ਉੱਪਰ, ਤਾਂ ਉਹ ਪਹਿਲਾਂ ਕਹਿੰਦਾ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਏਦਾਂ ਹੀ ਕਹਿੰਦੇ ਨਾ। ਇਹਦਾ ਮਤਲਬ ਹੈ ਵੀ ਜਿਹੜੀ ਸੰਗਤ ਹੈਗੀ ਉਹ ਗੁਰੂ ਦਾ ਰੂਪ ਹੁੰਦੀ ਹੈ। ਬਸ ਉਸ ਗੱਲ ਵਾਂਗੂ ਹੁਣ ਗੁਰੂ ਸਾਹਿਬ ਜੀ ਉਹਨਾਂ ਦੀ ਗੱਲ ਕਰਦੇ ਹਨ ਜਿਹੜੇ ਪਰਮ ਪਦ ਅਵਸਥਾ ਨੂੰ ਪਹੁੰਚ ਚੁੱਕੇ ਹਨ, ਜੋ ਸਤਿਗੁਰੂ ਦਾ ਰੂਪ ਹੋ ਚੁੱਕੇ ਹਨ। ਸਤਿਪੁਰਖ ਉਹਨਾਂ ਨੂੰ ਕਿਹਾ ਜਾਂਦਾ। ਜੋ ਸੱਚਖੰਡ ਵਾਸੀ ਹਨ,
ਅਤੇ ਉਹਨਾਂ ਦੀ ਸੱਚਖੰਡ ਵਾਲੀ ਅਵਸਥਾ ਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਬਿਆਨ ਕਰਦੇ ਆ। ਇਸ ਤੋਂ ਅੱਗੇ ਦੀ ਜੋ ਅਵਸਥਾ ਹੈ ਉਹ ਤੁਰੀਆ ਅਵਸਥਾ ਤੇ ਚੌਥੇ ਪਦ ਤੋਂ ਅੱਗੇ ਦੀ ਅਵਸਥਾ ਹੈ। ਚੌਥੇ ਪਦ ਤੋਂ ਵੀ ਅੱਗੇ ਦੀ ਅਵਸਥਾ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਤੁਰੀਆ ਅਵਸਥਾ ਵੀ ਆਖਿਆ ਗਿਆ, ਚੌਥਾ ਪਦ ਵੀ ਆਖਿਆ ਗਿਆ। ਪਰ ਇਹ ਜੋ ਅਵਸਥਾ ਹੁਣ ਗੁਰੂ ਜੀ ਬਿਆਨ ਕਰਨ ਲੱਗੇ ਆ, ਇਹ ਇਹਨਾਂ ਤੋਂ ਵੀ ਅੱਗੇ ਦੀ ਅਵਸਥਾ ਹੈ, ਜਿਸ ਨੂੰ ਪਰਮ ਪਦ ਆਖਿਆ ਜਾਂਦਾ ਹੈ। ਇੱਕ ਚੌਥਾ ਪਦ ਹੁੰਦਾ, ਚੌਥੇ ਪਦ ਤੋਂ ਅੱਗੇ ਪਰਮ ਪਦ ਹੁੰਦਾ। ਚੌਥਾ ਪਦ ਭਗਤਾਂ ਦੀ ਅਵਸਥਾ ਹੁੰਦੀ ਹੈ ਅਤੇ ਪਰਮ ਪਦ ਸਤਿਗੁਰ ਦੀ ਅਵਸਥਾ ਹੁੰਦੀ ਹੈ। ਤੁਰੀਆ ਅਵਸਥਾ ਜਾਂ ਚੌਥਾ ਪਦ ਸੰਤਾਂ ਭਗਤਾਂ ਦੀ ਅਵਸਥਾ ਹੁੰਦੀ ਹੈ। ਪਰ ਜੇ ਨਾਮ ਜਪਦਿਆਂ ਜਪਦਿਆਂ ਹੋਰ ਭਗਤੀ ਕਰਦਿਆਂ ਕਰਦਿਆਂ ਜੀਵ ਜਦੋਂ ਪਰਮ ਪਦ ਅਵਸਥਾ ਵਿੱਚ ਚਲਾ ਜਾਂਦਾ, ਜਦੋਂ ਗੁਰੂ ਜੀ ਕਹਿ ਦਿੰਦੇ ਆ ਕਿ ਮੇਰੇ ਅਤੇ ਮੇਰੇ ਇਸ ਸਿੱਖ ਵਿੱਚ ਕੋਈ ਭੇਦ ਨਹੀਂ ਗਾ, ਫਰਕ ਨਹੀਂ ਗਾ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਤੇ ਬਿਠਾ ਕੇ ਕਿਹਾ ਸੀ, ਮੇਰੇ ਅਤੇ ਲਹਿਣੇ ਵਿੱਚ ਕੋਈ ਫਰਕ ਨਹੀਂ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਖਿਆ ਸੀ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਇਹੀ ਸ਼ਬਦ ਵਰਤੇ। ਜਿਵੇਂ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਨੂੰ ਵੀ ਕਿਹਾ ਸੀਗਾ, ਭਾਈ ਪਾਰੋ ਜੀ ਬਾਰੇ ਕਿਹਾ ਸੀਗਾ, ਭਾਈ ਪਾਰੋ ਜੁਲਕਾ ਦੀ ਸਾਖੀ ਆਉਂਦੀ ਗੁਰੂ ਅਮਰਦਾਸ ਦੀ ਜੀਵਨੀ ਵਿੱਚ, ਤਾਂ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੁਲਕਾ ਬਾਰੇ ਕਿਹਾ ਸੀ ਕਿ ਭਾਈ ਪਾਰੋ ਜੁਲਕਾ ਹੁਣ ਮੇਰਾ ਹੀ ਰੂਪ ਹੋ ਗਿਆ। ਤੇ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਆਫਰ ਵੀ ਦਿੱਤੀ ਸੀ ਕਿ ਭਾਈ ਪਾਰੋ ਹੁਣ ਤੂੰ ਉਸ ਅਵਸਥਾ ਵਿੱਚ ਪਹੁੰਚ ਗਿਆ ਕਿ ਅਸੀਂ ਤੈਨੂੰ ਆਪਣੀ ਥਾਂ ਦੇ ਉੱਪਰ ਗੁਰਤਾ ਤੇ ਬਿਠਾ ਦਿੰਦੇ ਆ। ਪਰ ਭਾਈ ਪਾਰੋ ਜੀ ਨੇ ਕਿਹਾ ਸੀ, ਸਤਿਗੁਰੂ ਜੀ ਸੇਵਕ ਬਣ ਕੇ ਰਹਿਣਾ ਚਾਹੁੰਦਾ ਹੈ ਤੇ ਸੇਵਕ ਬਣ ਕੇ ਹੀ ਸ਼ੋਭਾ ਪਾਉਣਾ ਚਾਹੁੰਦਾ ਹੈ। ਗੁਰੂ ਬਣਨਾ ਤੁਹਾਡੇ ਤੇ ਅਕਾਲ ਦੀ ਮਿਹਰ ਹੈ। ਇਵੇਂ ਜਿਵੇਂ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਣ ਲੱਗੀ ਸੀ ਤਾਂ ਭਾਈ ਗੁਰਦਾਸ ਜੀ ਨੂੰ ਕਿਹਾ ਸੀ, ਗੁਰਦਾਸ ਤੂੰ ਬਾਣੀ ਲਿਖ ਰਿਹਾ ਕਦੋਂ ਤੋਂ? ਸਾਰੀ ਬਾਣੀ ਲਿਖੀ ਹੈ ਤੇ ਇਹਦੇ ਵਿੱਚ ਭਗਤਾਂ ਸੇਵਕਾਂ ਦੀ ਬਾਣੀ ਵੀ ਅੰਕਿਤ ਕੀਤੀ ਹੈ। ਤੇਰੀਆਂ ਲਿਖਤਾਂ ਵੀ ਬਹੁਤ ਸੋਹਣੀਆਂ, ਤਾਂ ਤੇਰੀ ਲਿਖਤ ਨੂੰ ਵੀ ਇਹਦੇ ਵਿੱਚ ਲਿਖ ਦਿੰਦੇ ਆ। ਤਾਂ ਭਾਈ ਗੁਰਦਾਸ ਜੀ ਨੇ ਕਿਹਾ ਸੀ, ਸਤਿਗੁਰੂ ਜੀ ਸੇਵਕ ਬਣਨਾ ਚਾਹੁੰਦਾ ਹੈ ਤੇ ਮੇਰੀਆਂ ਲਿਖਤਾਂ ਦੇ ਵਿੱਚ ਉਹ ਬ੍ਰਹਮ ਗਿਆਨ ਨਹੀਂ ਹੈ, ਉਹ ਪ੍ਰਕਾਸ਼ ਨਹੀਂ ਹੈ ਜਿਹੜੀ ਬਾਣੀ ਤੁਸੀਂ ਇਸ ਪੋਥੀ ਇਸ ਗ੍ਰੰਥ ਦੇ ਵਿੱਚ ਲਿਖੀ ਹੈ। ਫਿਰ ਗੁਰੂ ਜੀ ਨੇ ਖੁਸ਼ ਹੋ ਕੇ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਨੂੰ ਗੁਰਬਾਣੀ ਦੀ ਕੁੰਜੀ ਦਾ ਵਰ ਦਿੱਤਾ ਸੀ ਕਿ ਇਹ ਚਾਬੀ ਹੈ ਗੁਰਬਾਣੀ ਦੀ। ਗੁਰਬਾਣੀ ਨੂੰ ਸਮਝਣ ਵਾਸਤੇ ਭਾਈ ਗੁਰਦਾਸ ਦੀ ਰਚਨਾ ਨੂੰ ਪੜ੍ਹਨਾ ਪਵੇਗਾ। ਸੋ ਇਸ ਤਰ੍ਹਾਂ ਸਿੱਖਾਂ ਦੀ ਵੀ ਪਰਮ ਪਦ ਅਵਸਥਾ ਹੋਈ ਹੈ। ਪਰਮ ਪਦ ਅਵਸਥਾ ਜਿਹੜੀ ਚੌਥੇ ਪਦ ਤੋਂ ਉੱਤੇ ਹੁੰਦੀ ਹੈ, ਤੇ ਜਦੋਂ ਸੇਵਕ ਸੇਵਾ ਕਰਦੇ ਸਿਮਰਨ ਕਰਦੇ ਕਰਦੇ ਇਸ ਪਰਮ ਪਦ ਅਵਸਥਾ ਵਿੱਚ ਪਹੁੰਚ ਜਾਂਦੇ। ਇਹ ਪਰਮ ਪਦ ਅਵਸਥਾ ਸਤਿਗੁਰੂ ਦੀ ਅਵਸਥਾ ਹੁੰਦੀ ਆ। ਤੇ ਕਈ ਸਿੱਖਾਂ ਕੋਲ ਵੀ ਪਰਮ ਪਦ ਦੀ ਅਵਸਥਾ ਸੀ, ਜਿਵੇਂ ਭਾਈ ਪਾਰੋ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਭਾਈ ਰਾਮ ਕੋਇਰ ਜੀ ਅਤੇ ਹੋਰ ਬੜੇ ਗੁਰਸਿੱਖ ਹੋਏ ਆ। ਅੱਗੇ ਨਾ ਉਹੇ ਮਰੇ ਨਾ ਠਾਗੇ ਜਾਹੇ, ਇੱਕੋ ਹੀ ਵਿਸ਼ਰਾਮ ਹੈ ਇੱਥੇ। ਨਾ ਉਹੇ ਮਰੇ ਨਾ ਠਾਗੇ ਜਾਹੇ। ਹੁਣ ਇਹਦਾ ਉਚਾਰਨ ਹੈ, ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਨੂੰ, ਨਾ ਉਹ ਮਰੇ ਨਾ ਠਾਗੇ ਜਾਏ। 99% ਏਦਾਂ ਹੀ ਸੁਣਦੇ ਆ। ਜਿਨ੍ਹਾਂ ਗੁਰਮੁਖਾਂ ਨੇ ਚੰਗੇ ਗੁਰਮੁਖਾਂ ਪਾਸੋਂ ਗੁਰਬਾਣੀ ਦੀ ਸੰਥਾ ਲਈ ਹੈ, ਬਹੁਤ ਸਾਰੇ ਪਾਠੀ ਸਿੰਘ ਬਹੁਤ ਸ਼ੁੱਧ ਪਾਠ ਕਰਦੇ ਆ, ਬਹੁਤ ਸਾਰੇ ਗੁਰਸਿੱਖ ਗੁਰਬਾਣੀ ਦਾ ਸ਼ੁੱਧ ਪਾਠ ਕਰਦੇ, ਜਿਨ੍ਹਾਂ ਨੇ ਚੰਗੇ ਪੁਰਖਾਂ ਦੇ ਕੋਲੋਂ ਗੁਰਮੁਖਾਂ ਕੋਲੋਂ ਸੰਥਿਆ ਲਈ ਆ। ਉਹ ਤਾਂ ਨਹੀਂ, ਪਰ ਨੋਰਮਲੀ ਜਿਹੜੇ ਕਹਿੰਦੇ ਅਸੀਂ ਬਾਣੀ ਪੜ੍ਹਨ ਜਾਣਦੇ ਹਾਂ, ਜੇ ਅਸੀਂ ਪੜ੍ਹ ਲੈਂਦੇ ਹਾਂ 14-15 ਸਕੂਲ ਦੀਆਂ ਪੜ੍ਹ ਲਈਆਂ, ਕਾਲਜ ਦੀਆਂ ਪੜ੍ਹ ਲਈਆਂ, BA ਕਰ ਲਈ, B.Ed ਕਰ ਲਈ, MA ਕਰ ਲਈ, ਹੋਰ ਲਾਅ ਕਰ ਲਿਆ, ਤੇ ਫਿਰ ਗੁਟਕਾ ਪੜ੍ਹਨ ਬਹਿ ਜਾਂਦੇ। ਕਹਿੰਦੇ ਇੰਨਾ ਪੜ੍ਹੇ ਜੇ ਅਸੀਂ ਬਾਣੀ
ਉਹ ਸੋਚਦੇ ਆ, ਉਹਨਾਂ ਦਾ ਕੌਨਫੀਡੈਂਸ ਕਹਿੰਦਾ ਵੀ ਅਸੀਂ ਬਾਣੀ ਵੀ ਪੜ੍ਹ ਸਕਦੇ ਹਾਂ, ਪਰ ਅਸੀਂ ਲਾਅ ਦੀਆਂ ਮੈਡੀਕਲ ਦੀਆਂ ਕਿਤਾਬਾਂ ਤਾਂ ਪੜ੍ਹ ਸਕਦੇ ਹਾਂ, ਪਰ ਬਾਣੀ ਨਹੀਂ ਪੜ੍ਹ ਸਕਦੇ ਉਸਤਾਦ ਤੋਂ ਬਿਨਾਂ। ਗੁਰੂ ਤੋਂ ਉਸਤਾਦ ਤੋਂ ਸਿੱਖੇ ਬਿਨਾਂ ਬਾਣੀ ਨਹੀਂ ਪੜ੍ਹ ਸਕਦੇ ਸੀ, ਉਵੇਂ ਕਰੈਕਟ ਪ੍ਰੋਨਾਂਸੀਏਸ਼ਨ ਨਹੀਂ ਕਰ ਸਕਦੇ ਸੀ। ਤੇ ਜਦੋਂ ਅਸੀਂ ਇੱਦਾਂ ਹੀ ਬਾਣੀ ਪੜ੍ਹਨ ਲੱਗਦੇ ਫਿਰ ਐਂ ਪੜ੍ਹਦੇ ਹਾਂ ਅਸੀਂ, ਨਾ ਉਹ ਮਰੇ ਨਾ ਠਾਗੇ ਜਾਏ। ਇੱਥੇ ਨੰਨੇ ਨੂੰ ਕੰਨਾ ਲੱਗਿਆ ਤੇ ਲੌਂਗ ਸੁਣ ਨਾ, ਫਿਰ ਊੜੇ ਦਾ ਮੂੰਹ ਖੁੱਲਾ, ਹਾਹੇ ਨੂੰ ਸਿਹਾਰੀ, ਓਹੇ ਓਹੇ ਐਂ ਬੋਲਣਾ, ਨਾ ਓਹੇ। ਫਿਰ ਮੰਮਾ ਰਾਰਾ ਹਾਹੇ ਸਿਹਾਰੀ ਮਰਹੇ, ਐਂ ਬੋਲਣਾ, ਨਾ ਓਹੇ ਮਰਹੇ, ਨਾ ਓਹੇ ਮਰਹੇ, ਨਾ ਓਹੇ ਮਰਹੇ। ਇਹ ਸਿੱਖਣ ਵਾਸਤੇ ਥੋੜ੍ਹਾ ਜਿਹਾ ਸਲੋ ਬੋਲ ਰਿਹਾ ਮੈਂ, ਤੇ ਲੌਂਗ ਸਾਊਂਡ ਦੇ ਰਿਹਾ, ਨਾ ਓਹੇ ਮਰਹੇ। ਫਿਰ ਅੱਗੇ ਨੰਨਾ ਜਿਹੜਾ ਬਿਨਾਂ ਕੰਨੇ ਤੋਂ ਥੋੜ੍ਹਾ ਜਿਹਾ ਬੋਲਾਂਗੇ, ਨਾ ਠਾਗੇ ਜਾਹੇ, ਜਾਹੇ ਬੋਲਣਾ, ਜਾਏ ਨਹੀਂ ਕਹਿਣਾ। ਜੱਜੇ ਕੰਨਾ ਹਾਹੇ ਸਿਹਾਰੀ ਜਾਹੇ, ਨਾ ਠਾਗੇ ਜਾਹੇ। ਪੂਰੀ ਪੰਕਤੀ ਬੋਲੀਏ ਆਪਾਂ ਰੂਟੀਨ ਵਾਂਗੂ, ਨਾ ਓਹੇ ਮਰਹੇ ਨਾ ਠਾਗੇ ਜਾਹੇ, ਨਾ ਓਹੇ ਮਰਹੇ ਨਾ ਠਾਗੇ ਜਾਹੇ, ਐਂ ਬੋਲਣਾ। ਸੋ ਇਸ ਪੰਕਤੀ ਦਾ ਅਰਥ ਹੈ ਕਿ ਜੋ ਵਿਕਾਰਾਂ ਨੂੰ ਜਿੱਤ ਕੇ ਵਾਹਿਗੁਰੂ ਵਿੱਚ ਲੀਨ ਰਹਿੰਦੇ ਹਨ, ਨਾ ਉਹ ਆਤਮਿਕ ਮੌਤ ਮਰਦੇ ਹਨ ਅਤੇ ਨਾ ਹੀ ਉਹਨਾਂ ਨੂੰ ਛਲ ਕਪਟ ਨਾਲ ਠੱਗਿਆ ਜਾ ਸਕਦਾ। ਉਹਨਾਂ ਨਾਲ ਮਾਇਆ ਛਲ ਕਪਟ ਵੀ ਨਹੀਂ ਕਰ ਸਕਦੀ। ਹੁਣ ਗੁਰੂ ਜੀ ਨੇ ਉਤਲੀ ਪੰਕਤੀ ਵਿੱਚ ਦੱਸਿਆ ਨਾ ਸਾਨੂੰ ਵੀ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨ ਕਥਨੇ ਜਾਹੇ। ਜਿਹੜੇ ਹਰ ਵੇਲੇ ਪ੍ਰਮਾਤਮਾ ਦੀ ਨਾਮ ਵਿੱਚ ਸੀਤੇ ਰਹਿੰਦੇ ਹਨ, ਤਾਂ ਗੁਰੂ ਜੀ ਕਹਿੰਦੇ ਹਨ ਭਾਈ, ਨਾ ਉਹਨਾਂ ਨੂੰ, ਨਾ ਉਹ ਆਤਮਿਕ ਮੌਤ ਮਰਦੇ ਹਨ। ਇਹਦਾ ਅਰਥ ਇਹ ਨਾ ਕੱਢ ਲਿਓ ਹੋਣਾ ਵੀ ਉਹ ਮਰਦੇ ਹੀ ਨਹੀਂ ਗੇ, ਨਾ ਉਹੇ ਮਰੇ, ਉਹ ਮਰਦੇ ਹੀ ਨਹੀਂ ਗੇ, ਉਹਨਾਂ ਨੂੰ ਕੋਈ ਠੱਗ ਨਹੀਂ ਸਕਦਾ। ਨਹੀਂ, ਦੇਖੋ ਸਰੀਰਕ ਮੌਤ ਤਾਂ ਸਾਰੇ ਹੀ ਮਰਦੇ ਆ, ਅਵਤਾਰ ਪੁਰਸ਼, ਸੰਤ, ਗੁਰਮੁਖ, ਆਮ ਮਨੁੱਖ, ਮਨਮੁੱਖ, ਸਾਰੇ ਸਰੀਰਕ ਮੌਤ ਮਰਦੇ ਆ। ਸਰੀਰਕ ਮੌਤ ਸਾਰਿਆਂ ਨੇ ਮਰਨੀ ਹੁੰਦੀ, ਪਰ ਇੱਥੇ ਗੁਰੂ ਜੀ ਕਹਿੰਦੇ ਨਾ ਉਹੇ ਮਰੇ, ਉਹ ਆਤਮਿਕ ਮੌਤ ਨਹੀਂ ਮਰਦੇ। ਉਹਨਾਂ ਦਾ ਮਨ, ਉਹਨਾਂ ਦੀ ਜ਼ਮੀਰ, ਉਹਨਾਂ ਦੀ ਆਤਮਾ ਕਦੇ ਨਹੀਂ ਮਰਦੀ। ਜਿਵੇਂ ਆਪਾਂ ਕਹਿ ਦਿੰਦੇ ਨੇ ਕੋਈ ਕੰਮ ਮਜਬੂਰੀ ਨਾਲ ਕਰਨਾ ਪਵੇ ਤਾਂ ਕਹਿੰਦੇ ਯਾਰ ਮਨ ਮਾਰ ਕੇ ਕੀਤਾ, ਆਤਮਾ ਨੂੰ ਮਾਰ ਲਿਆ ਮੈਂ ਤਾਂ ਆਪਦਾ ਮਜਬੂਰੀ ਦੇ ਵਿੱਚ, ਹੈ ਨਾ। ਜਾਂ ਆਪਾਂ ਕਿਸੇ ਨੂੰ ਕਹਿ ਦਿੰਦੇ ਤੇਰੀ ਆਤਮਾ ਮਰ ਗਈ, ਤੂੰ ਇਹ ਕੰਮ ਕਿਉਂ ਕੀਤਾ। ਇਹ ਜਦੋਂ ਮਨੁੱਖ ਦੀ ਆਤਮਾ ਮਰ ਜਾਂਦੀ ਹੈ ਨਾ, ਉਦੋਂ ਪੁੱਠੇ ਸਿੱਧੇ ਤੇ ਕੰਮ ਕਰਦਾ ਤੇ ਪਾਪ ਕਰਦਾ ਤੇ ਜਿੱਲਤ ਵਾਲੇ ਕੰਮ ਕਰਦਾ, ਬੇਇੱਜ਼ਤੀ ਵਾਲੇ ਕੰਮ ਕਰਦਾ, ਛੋਟੇ ਕੰਮ ਕਰਦਾ, ਜਿਹੜੇ ਉਸਦੇ ਇਨਸਾਨੀਅਤ ਦੇ ਨਾਤੇ ਨਹੀਂ ਕਰਨੇ ਚਾਹੀਦੇ ਉਹਨੂੰ। ਪਰ ਨਾ ਉਹ ਮਰੇ, ਉਹ ਆਤਮਾ ਦੀ ਮੌਤ ਨਹੀਂ ਮਰਦੇ ਜਿਹੜੇ ਹਰ ਵੇਲੇ ਪ੍ਰਮਾਤਮਾ ਦੇ ਨਾਮ ਵਿੱਚ ਸੀਤੇ ਰਹਿੰਦੇ ਹਨ। ਨਾ ਠਾਗੇ ਜਾਏ, ਉਹਨਾਂ ਦੇ ਨਾਲ ਮਾਇਆ ਛਲ ਕਪਟ ਨਹੀਂ ਕਰ ਸਕਦੀ। ਉਂਝ ਜੇ ਕਹੀਏ ਜੀ ਹੁਣ ਜਿਨ੍ਹਾਂ ਦੇ ਅੰਦਰ ਨਾਮ ਵਸਦਾ ਹੈ ਤੇ ਉਹਨਾਂ ਨੂੰ ਕੋਈ ਠੱਗ ਨਹੀਂ ਸਕਦਾ। ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਜ਼ਿਆਦਾ ਉਹੀ ਠੱਗੇ ਜਾਂਦੇ ਆ ਜਿਹੜੇ ਸਿੱਧੇ ਸਾਦੇ ਭੋਲੇ ਤੇ ਨਾਮ ਸਿਮਰਨ ਵਿੱਚ ਲੱਗੇ ਰਹਿੰਦੇ ਆ, ਗੁਰੂ ਦੀ ਮੱਤ ਨੂੰ ਅੱਗੇ ਰੱਖਦੇ, ਤੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਠੱਗਿਆ ਜਾਂਦਾ ਅੱਜ ਕੱਲ੍ਹ। ਇਹ ਦੁਨਿਆਵੀ ਠੱਗੀਆਂ ਤਾਂ ਚੱਲਦੀਆਂ, ਇਹ ਨਹੀਂ ਵੀ ਉਹਨਾਂ ਨੂੰ ਕੋਈ ਦੁਨਿਆਵੀ ਤੌਰ ਤੇ, ਸਰੀਰਕ ਤੌਰ ਤੇ ਤਾਂ ਠੱਗਿਆ ਜਾ ਸਕਦਾ, ਪਰ ਜਿਹੜੀ ਉਹਨਾਂ ਦੀ ਆਤਮਿਕ ਅਵਸਥਾ ਬਣੀ ਹੁੰਦੀ, ਲੈਵਲ ਬਣਿਆ ਹੁੰਦਾ, ਜਿਹੜਾ ਇਹਨਾਂ ਗੁਰੂ ਸਾਹਿਬ ਜੀ ਨੇ ਹੁਣ ਕਿਹਾ ਪਰਮ ਪਦ ਅਵਸਥਾ, ਜਦੋਂ ਪਰਮ ਪਦ ਅਵਸਥਾ ਜਾਂ ਚੌਥੀ ਅਵਸਥਾ ਵਿੱਚ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਮਾਇਆ ਛਲ ਨਹੀਂ ਸਕਦੀ, ਛਲ ਕਪਟ ਨਹੀਂ ਕਰ ਸਕਦੀ। ਮਾਇਆ ਛਲ ਕਪਟ ਦੇ ਨਾਲ ਉਹਨਾਂ ਨੂੰ ਠੱਗ ਨਹੀਂ ਸਕਦੀ। ਜਿਵੇਂ ਕਬੀਰ ਜੀ ਨੂੰ ਠੱਗਣ ਵਾਸਤੇ ਆਈ ਸੀ ਨਾ ਮਾਇਆ, ਲਾਲਚ ਦੇ ਕੇ, ਕਹਿੰਦੀ ਮੈਂ ਮੇਰੀ ਧੀ ਦਾ ਵਿਆਹ ਤੇ ਅਸੀਂ ਖੇਸ ਬਣਵਾਉਣੇ ਆ, ਬਹੁਤ ਜਲਦੀ ਐਮਰਜੈਂਸੀ, ਸਭ ਤੋਂ ਪਹਿਲਾਂ ਮੇਰੀ ਖੇਸ ਬਣਾ ਦੇ। ਕਬੀਰ ਜੀ ਕਹਿੰਦੇ ਭਾਈ ਵਾਰੀ ਆਈ ਤੋਂ ਬਹੁਤ ਲੋਕਾਂ ਦੇ ਬਣਨ ਵਾਲੇ ਪਏ, ਫਿਰ ਤੁਹਾਡੇ ਬਣਾ ਦੇਂਗੇ। ਉਸ ਮਾਇਆ ਨੇ ਆਪਣੀ ਸ਼ਕਤੀ ਦਿਖਾਈ, ਫਿਰ
ਜਿਹੜਾ ਕਬੀਰ ਜੀ ਦਾ ਤਾਣਾ ਸੀਗਾ ਉਹ ਸੋਨੇ ਦਾ ਤਾਰਾਂ ਵਾਲਾ ਬਣਾਤਾ। ਉਹ ਤਾਣੇ ਦੀਆਂ ਰੱਸੀਆਂ ਧਾਗੇ ਸੋਨੇ ਦੀਆਂ ਤਾਰਾਂ ਲੱਗਣ ਦਿਸਣ ਲੱਗ ਗਏ। ਤੇ ਕਬੀਰ ਜੀ ਦਾ ਜਿਹੜਾ ਉਹ ਨੜਾ ਜਿਹਾ ਹੁੰਦਾ ਜਿਹਦੇ ਵਿੱਚੋਂ ਪਾ ਕੇ ਨੜੇ ਨੂੰ ਗਲੋਟੇ ਨੂੰ ਧਾਗੇ ਵਾਲੇ ਨੂੰ ਇੱਧਰ ਉੱਧਰ ਘੁਮਾਉਂਦੇ ਆ, ਉਹ ਵੀ ਸੋਨੇ ਦਾ ਕਰਤਾ। ਕਬੀਰ ਜੀ ਜਾਣ ਗਏ ਵੀ ਕਿ ਬਜ਼ੁਰਗ ਔਰਤ ਨਹੀਂ ਹੈ ਕੋਈ, ਇਹ ਤਾਂ ਮਾਇਆ ਛਲ ਕਰਨ ਵਾਸਤੇ ਆਈ ਹੈ, ਠੱਗਣ ਵਾਸਤੇ ਆਈ ਆ। ਤਾਂ ਕਹਿੰਦੇ ਕਬੀਰ ਜੀ ਨੇ ਆਪਣੇ ਪੁੱਤਰ ਕੋਲੋਂ ਨਾਈਫ ਮੰਗਾਇਆ, ਚਾਕੂ ਮੰਗਾਇਆ। ਜਦੋਂ ਕਬੀਰ ਜੀ ਨੇ ਹੱਥ ਵਿੱਚ ਚਾਕੂ ਫੜਿਆ ਤਾਂ ਉਹਨੇ ਉਹ ਵੀ ਸੋਨੇ ਦਾ ਕਰ ਦਿੱਤਾ, ਛਲ ਕਪਟ ਦੇ ਨਾਲ। ਕਬੀਰ ਜੀ ਨੇ ਕਹਿੰਦੇ ਖੜੇ ਹੋ ਕੇ ਉਸ ਬੁੱਢੀ ਮਾਈ ਦੀ ਜੋ ਮਾਇਆ ਸੀ, ਬੁੱਢੀ ਦਾ ਰੂਪ ਧਾਰਨ ਕਰਕੇ ਉਹਦਾ ਨੱਕ ਕੱਟ ਦਿੱਤਾ, ਉਹਦਾ ਕੰਨੋਂ ਫੜ ਕੇ ਉਹਦਾ ਕੰਨ ਕੱਟ ਦਿੱਤਾ। ਤੇ ਮਾਇਆ ਫਿਰ ਚੀਕਾਂ ਮਾਰਦੀ ਭੱਜ ਗਈ ਉੱਥੋਂ। ਸੋ ਇਸ ਤਰ੍ਹਾਂ ਇਹਦਾ ਅਰਥ ਏਦਾਂ ਵੀ ਬਣਦਾ ਤੇ ਉਂਝ ਅੰਤਰੀ ਭਾਵ ਦੇ ਨਾਲ ਅਰਥ ਬਣਦਾ ਜਿਹੜਾ ਨਾਕੋ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ। ਮਤਲਬ ਜਿਹੜੇ ਭਗਤ ਹਨ ਉਹਨਾਂ ਨੇ ਮਾਇਆ ਨੂੰ ਰਿਜੈਕਟ ਕੀਤਾ ਹੁੰਦਾ, ਉਹਨਾਂ ਨੂੰ ਨਹੀਂ ਮੰਨਦੇ, ਉਸ ਨੂੰ ਅੰਗੀਕਾਰ ਨਹੀਂ ਕਰਦੇ, ਉਹਦੇ ਛਲ ਕਪਟ ਵਿੱਚ ਨਹੀਂ ਆਉਂਦੇ। ਤੇ ਇੱਕ ਤਰੀਕੇ ਨਾਲ ਆਪਣੇ ਆਪ ਹੀ ਕੱਟੀ ਵੱਡੀ ਹੋ ਜਾਂਦੀ ਆ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਮਾਇਆ ਹੈਗੀ ਭਗਤਾਂ ਦੇ ਨਾਲ ਜੋ ਹਰ ਵੇਲੇ ਪ੍ਰਮਾਤਮਾ ਦੇ ਨਾਲ ਸੀਤੇ ਰਹਿੰਦੇ ਆ ਨਾ, ਉਹਨਾਂ ਨੂੰ ਮਾਇਆ ਛਲ ਕਪਟ ਨਾਲ ਠੱਗ ਨਹੀਂ ਸਕਦੀ। ਤੇ ਜੋ ਪ੍ਰਮਾਤਮਾ ਦੇ ਨਾਮ 'ਚ ਹਰ ਵੇਲੇ ਸੀਤੇ ਰਹਿੰਦੇ ਹਨ ਉਹ ਆਤਮਕ ਮੌਤ ਨਹੀਂ ਮਰਦੇ, ਨਾ ਉਹੇ ਮਰੇ ਨਾ ਠਾਗੇ ਜਾਏ। ਅਗਲੀ ਪੰਕਤੀ, ਜਿਨ ਕੈ ਰਾਮ ਵਸੈ ਮਨ ਮਾਹੀ। ਹੁਣ ਕੈ ਤੇ ਵਿਸ਼ਰਾਮ ਆਊਗਾ, ਜਿਨ ਕੈ ਵਿਸ਼ਰਾਮ, ਰਾਮ ਵਸੈ ਮਨ ਮਾਹੀ। ਇਸ ਤਰ੍ਹਾਂ ਉਚਾਰਨ ਸਹੀ ਆ, ਵਿਸ਼ਰਾਮ ਕੈ ਤੇ ਆਊਗਾ। ਜਿਨ ਕੈ ਵਿਸ਼ਰਾਮ, ਰਾਮ ਵਸੈ ਮਨ ਮਾਹੀ। ਸੋ ਵਸੇ, ਰਾਮ ਵਸੇ ਮਨ ਮਾਹੀ ਨਹੀਂ ਕਹਿਣਾ, ਵਸੈ, ਰਾਮ ਵਸੈ ਮਨ ਮਾਹੀ, ਸੱਸੇ ਦੋਲਾਵਾਂ ਲੱਗੀਆਂ। ਹੁਣ ਗੁਰੂ ਸਾਹਿਬ ਜੀ ਨੇ ਦੇਖੋ ਦੋ ਗੱਲਾਂ ਪਹਿਲਾਂ ਵੀ ਕਿਹਾ ਕਿ ਸੀਤੋ ਸੀਤਾ ਮਹਿਮਾ ਮਾਹੀ, ਫਿਰ ਇੱਥੇ ਕਹਿੰਦੇ ਗੁਰੂ ਜੀ ਜਿਨ ਕੈ ਰਾਮ ਵਸੈ ਮਨ ਮਾਹੀ, ਜਿਨ੍ਹਾਂ ਦੀ ਸੁਰਤ ਹਰ ਵੇਲੇ ਪਰਮਾਤਮਾ ਵਿੱਚ ਸੀਤੀ ਹੋਈ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰ ਵੇਲੇ ਪਰਮਾਤਮਾ ਵਾਹਿਗੁਰੂ ਦਾ ਵਾਸਾ ਹੈ, ਉਹ ਕਿਸੇ ਕੋਲੋਂ ਠੱਗੇ ਨਹੀਂ ਜਾਂਦੇ, ਉਹ ਮਾਇਆ ਦੇ ਨਾਲ ਛਲ ਕਪਟ ਨਾਲ ਠੱਗੇ ਨਹੀਂ ਜਾਂਦੇ, ਆਤਮਾ ਦੀ ਮੌਤ ਨਹੀਂ ਮਰਦੇ। ਕੌਣ ਨਹੀਂ ਮਰਦੇ? ਜਿਨ ਕੈ ਰਾਮ ਵਸੈ ਮਨ ਮਾਹੀ, ਕਿਉਂਕਿ ਉਹਨਾਂ ਦੇ ਮਨ ਅਤੇ ਰੋਮ ਰੋਮ ਵਿੱਚ ਵਾਹਿਗੁਰੂ ਦਾ ਵਾਸ ਹੈ। ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਜੀ ਵਸਦੇ ਹਨ। ਅੱਗੇ, ਤਿੱਥੈ ਭਗਤ ਵਸੇ ਕੇ ਲੋ, ਇੱਥੇ ਇੱਕੋ ਵਿਸ਼ਰਾਮ ਹੈ, ਵਸੇ। ਤਿੱਥੈ ਭਗਤ ਵਸੇ ਵਿਸ਼ਰਾਮ ਕੇ ਲੋ, ਇਹ ਕੇ ਲੋ ਵੱਖਰਾ ਬੋਲਣਾ ਤੇ ਵਸੇ ਤੇ ਰੁਕਣਾ, ਆਪਾਂ ਸਟਾਪ ਪਾਉਜ਼ ਹੋਣਾ। ਅਸੀਂ ਕਹਿੰਦੇ ਤਿੱਥੈ ਭਗਤ ਵਸੇ ਕੇ ਲੋ, ਐ ਕਹਿੰਦੇ ਆ, ਵਸੇ ਕੇ ਦੇ ਨਾਲ ਲਾ ਦਿੰਦੇ ਆ ਤੋ ਰੌਂਗ ਵਿਸ਼ਰਾਮ ਹੋ ਜਾਂਦਾ ਇੱਕ ਤਾਂ। ਫਿਰ ਇੱਥੇ ਜਿਹੜਾ ਉਚਾਰਨ ਹੈਗਾ ਲੋ, ਲੱਲੇ ਹੋੜਾ ਐੜਾ, ਲੋ ਆੜਾ ਬੋਲਣਾ ਥੋੜਾ ਜਿਹਾ, ਤਾਂ ਐ ਨਹੀਂ ਕਹਿਣਾ ਤਿੱਥੇ ਭਗਤ ਵਸੇ ਕੇ ਲੋ, ਲੋ ਲੋ ਲੱਲੇ ਹੋੜਾ ਲੋ, ਐ ਨਹੀਂ ਬੋਲਣਾ, ਨਾਲ ਆੜਾ ਵੀ ਬੋਲਣਾ, ਲੋ ਲੋ ਲੋ। ਇਸ ਤਰ੍ਹਾਂ ਸਿੱਖਣ ਵਾਸਤੇ ਲੌਂਗ ਸੁਣ ਦਿੰਦਾ ਮੈਂ ਥੋੜੀ ਜਿਹੀ। ਲੋ ਆੜਾ ਮੂੰਹ ਦੇ ਵਿੱਚ ਹੀ ਰੱਖਣਾ, ਬਾਹਰ ਨਹੀਂ ਕੱਢਣਾ, ਲੋ ਇਸ ਤਰ੍ਹਾਂ ਬੋਲਣਾ ਰੂਟੀਨ। ਤਿੱਥੈ ਭਗਤ ਵਸੇ ਕੇ ਲੋ, ਇੰਨਾ। ਤੋ ਇਸ ਪੰਕਤੀ ਦਾ ਅਰਥ ਹੈ ਕਿ ਉੱਥੇ ਅਨੇਕਾਂ ਹੀ ਧਰਤੀਆਂ ਤੇ ਪੁਰੀਆਂ ਦੇ ਸੰਤ ਭਗਤ ਵਸਦੇ ਹਨ, ਇਸ ਕਰਕੇ ਉੱਥੇ ਮਾਇਆ ਪ੍ਰਵੇਸ਼ ਨਹੀਂ ਕਰ ਸਕਦੀ। ਪਰਮ ਪਦ ਅਵਸਥਾ ਵਾਲੇ ਸਤਪੁਰਖ ਜਿੱਥੇ ਵਸਦੇ ਹਨ ਤਾਂ ਉੱਥੇ ਲੋਹ ਦਾ ਮਤਲਬ ਹੋ ਗਿਆ ਧਰਤੀਆਂ, ਅਨੇਕਾਂ ਹੀ ਧਰਤੀਆਂ ਤੇ ਪੁਰੀਆਂ ਦੇ ਸੰਤ
ਭਗਤ ਮਤਲਬ ਸੰਤ, ਵਸੇ ਮਤਲਬ ਵਸਦੇ, ਤਿੱਥੈ ਮਤਲਬ ਉੱਥੇ, ਉੱਥੇ ਤਿੱਥੈ ਉੱਥੇ ਭਗਤ ਸੰਤ ਭਗਤ, ਵਸੇ ਹੀ ਵਸਦੇ, ਕੇ ਦੀਆਂ ਧਰਤੀਆਂ ਦੇ, ਲੋ ਧਰਤੀਆਂ ਦੇ, ਕੇ ਦਾ ਮਤਲਬ ਦੇ, ਲੋ ਮਤਲਬ ਧਰਤੀਆਂ, ਉੱਥੇ ਕਈਆਂ ਧਰਤੀਆਂ ਤੇ ਪੁਰੀਆਂ ਦੇ ਸੰਤ ਭਗਤ ਵਸਦੇ ਹਨ। ਇਸ ਕਰਕੇ ਉੱਥੇ ਮਾਇਆ ਪ੍ਰਵੇਸ਼ ਨਹੀਂ ਕਰ ਸਕਦੀ। ਪਰਮਾਤਮਾ ਸਭ ਦਾ ਸਾਂਝਾ ਹੈ। ਸਾਰੇ ਧਰਮਾਂ ਦੇ ਸੰਤ ਭਗਤ ਆਪਣੇ ਆਪਣੇ ਧਰਮ ਅਨੁਸਾਰ ਪ੍ਰਭੂ ਦੀ ਭਗਤੀ ਕਰਕੇ ਉਸ ਕੋਲ ਪਹੁੰਚ ਜਾਂਦੇ ਹਨ। ਇੱਥੇ ਅਸੀਂ ਐਵੇਂ ਲੜਦੇ ਰਹਿੰਦੇ ਹਾਂ ਕਿ ਸਾਡਾ ਧਰਮ ਸਹੀ ਹੈ, ਸਾਡੇ ਸੰਤ ਹੀ ਸੱਚਖੰਡ ਨੂੰ ਜਾਣਗੇ। ਨਹੀਂ, ਵਾਹਿਗੁਰੂ ਨੂੰ ਸਾਰੇ ਹੀ ਚੰਗੇ ਲੱਗਦੇ ਆ, ਤੇ ਉਸ ਸੱਚਖੰਡ ਦੇ ਵਿੱਚ ਉਸ ਜੋ ਖੰਡ ਹੈ ਸਰਮਖੰਡ ਪਰਮਪਦ ਅਵਸਥਾ ਵਾਲੇ, ਉੱਥੇ ਸਾਰੇ ਹੀ ਧਰਮਾਂ ਦੇ ਰਾਮ ਜਪਣ ਵਾਲੇ ਵੀ ਉੱਥੇ ਬੈਠੇ ਹਨ, ਅੱਲਾ ਜਪਣ ਵਾਲੇ ਵੀ ਉੱਥੇ ਬੈਠੇ, ਵਾਹਿਗੁਰੂ ਜਪਣ ਵਾਲੇ ਵੀ ਉੱਥੇ ਬੈਠੇ ਆ। ਆਪਣੇ ਆਪਣੇ ਧਰਮਾਂ ਅਨੁਸਾਰ ਜੋ ਪ੍ਰਮਾਤਮਾ ਦਾ ਨਾਮ ਲੈਂਦੇ ਸਾਰੇ ਉੱਥੇ ਇੱਕੋ ਹੀ ਥਾਂ ਤੇ ਬੈਠੇ ਆ, ਪ੍ਰਮਾਤਮਾ ਦੀ ਗੋਦ ਵਿੱਚ। ਅਸੀਂ ਐਵੇਂ ਇੱਥੇ ਲੜੀ ਜਾਂਦੇ ਹਾਂ, ਸਾਡਾ ਰਸਤਾ ਹੀ ਸਹੀ ਹੈ, ਸਾਡਾ ਧਰਮ ਹੀ ਸਹੀ ਹੈ, ਸਾਡੇ ਸੰਤ ਹੀ ਸਹੀ ਹੈ, ਹਨਾ। ਵਾਹਿਗੁਰੂ ਦੇ ਸਾਰੇ ਨਾਮ ਹੀ ਚੰਗੇ ਆ, ਤੇ ਉਹ ਵਾਹਿਗੁਰੂ ਦੇ ਸਾਰੇ ਨਾਮਾਂ ਨੂੰ ਮਨ ਕਰਕੇ ਜਪਣ ਵਾਲੇ, ਸ਼ਰਧਾ ਨਾਲ ਜਪਣ ਵਾਲੇ ਸਾਰੇ ਹੀ ਉੱਥੇ ਬੈਠੇ ਆ। ਕੇਸਾਧਾਰੀ, ਗੰਜੇ, ਮੋਨੇ, ਸਾਰੇ ਤਰ੍ਹਾਂ ਦੇ ਲੋਕ ਉੱਥੇ ਬੈਠੇ ਹੋਏ ਹਨ, ਜਿਨ੍ਹਾਂ ਨੇ ਨਾਮ ਜਪ ਜਪ ਕੇ ਪਰਮ ਪਦ ਅਵਸਥਾ ਨੂੰ ਪ੍ਰਾਪਤ ਕੀਤਾ। ਤੇ ਵਾਹਿਗੁਰੂ ਨੂੰ ਸਾਰੇ ਚੰਗੇ ਲੱਗਦੇ ਆ, ਸਾਰਿਆਂ ਨੂੰ ਆਪਣੀ ਗੋਦ ਵਿੱਚ ਬਿਠਾਇਆ ਹੋਇਆ। ਅੱਗੇ, ਕਰਹਿ ਆਨੰਦ ਸੱਚਾ ਮਨ ਸੋਏ, ਕਰਹਿ ਆਨੰਦ ਵਿਸ਼ਰਾਮ, ਸੱਚਾ ਮਨ ਸੋਏ। ਇੱਥੇ ਵਿਸ਼ਰਾਮ ਆਨੰਦ ਦੇ ਉੱਪਰ ਹੈ, ਤੇ ਉਚਾਰਨ ਠੀਕ ਹੈ, ਬਸ ਇੱਥੋਂ ਇਹ ਬੋਲਣਾ ਸੀ, ਬੋਲਦੇ ਕਰੇ ਆਨੰਦ ਸੱਚਾ ਮਨ ਸੋਏ, ਕੱਕਾ ਰਾਰਾ ਹਾਹੀ ਸਿਆਰੀ, ਕਰਹਿ, ਕਰਹਿ ਬੋਲਣਾ। ਹਾਂਜੀ, ਸੋ ਇਸ ਨੂੰ ਬੋਲਾਂਗੇ ਸੀ ਕਰਹਿ, ਕਰੇ ਨਹੀਂ ਕਹਿਣਾ, ਕਰਹਿ ਆਨੰਦ ਸੱਚਾ ਮਨ ਸੋਏ। ਇਸ ਤਰੀਕੇ ਦੇ ਨਾਲ ਇਸ ਪੌੜੀ ਦਾ ਅਰਥ ਹੈ, ਇਸ ਪੰਕਤੀ ਦਾ ਅਰਥ ਹੈ ਕਿ ਉਹ ਸਦਾ ਮੌਜਾਂ ਮਾਣਦੇ ਹਨ, ਕਿਉਂਕਿ ਸੱਚਾ ਵਾਹਿਗੁਰੂ ਸਦਾ ਉਹਨਾਂ ਦੇ ਮਨ ਵਿੱਚ ਵਸਦਾ ਹੈ। ਕਿਹਨਾਂ ਦੇ ਮਨ ਵਿੱਚ ਵਸਦਾ ਹੈ? ਜਿਹੜੇ ਹਰ ਵੇਲੇ ਪਰਮਾਤਮਾ ਵਿੱਚ ਲੀਨ ਰਹਿੰਦੇ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਨਾਮ ਨਾਲ ਜੁੜੀ ਹੋਈ ਹੈ, ਸੀਤੀ ਹੋਈ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਭਾਵ ਪਰਮੇਸ਼ਰ ਵਾਹਿਗੁਰੂ ਵਸਦਾ, ਜਿਨ੍ਹਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਵਸਦਾ, ਪਰਮਾਤਮਾ ਵਸਦਾ, ਉਹ ਹੀ ਉਸ ਧਰਤੀ ਦੇ ਵਾਸੀ ਹਨ, ਅਤੇ ਉਹ ਹੀ ਸਦਾ ਆਨੰਦ ਮਾਣਦੇ ਹਨ ਉੱਥੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਸੱਚਾ ਪਰਮੇਸ਼ਰ ਆਪ ਵਸਦਾ। ਹੁਣ ਇਹ ਪੌੜੀ ਜਿਹੜੀ ਆਪਾਂ ਪੜ੍ਹ ਰਹੇ ਹਾਂ 37ਵੀਂ, ਇਹ 37ਵੀਂ ਪੌੜੀ ਦੀ ਪਰਮ ਪਦ ਅਵਸਥਾ ਵਿੱਚ ਪਹੁੰਚੇ ਆਪਾਂ। ਸੋ ਪਰਮ ਪਦ ਅਵਸਥਾ ਮਤਲਬ ਕਰਮਖੰਡ ਦੇ ਵਿੱਚ ਪਹੁੰਚੇ ਹੋਏ ਆ। ਕਰਮਖੰਡ ਦੀ ਪੌੜੀ ਦਾ ਵਿਸਥਾਰ ਚੱਲਦਾ ਸੀਗਾ, ਕਿਰਪਾ ਵਾਲਿਆਂ ਦੀ, ਮਿਹਰ ਵਾਲਿਆਂ ਦੀ, ਬਖਸ਼ਿਸ਼ਾਂ ਵਾਲਿਆਂ ਦੀ ਗੱਲ ਕੀਤੀ ਹੈ। ਬਖਸ਼ਿਸ਼ ਤੋਂ ਬਾਅਦ ਫਿਰ ਪਰਮ ਪਦ ਅਵਸਥਾ ਵਾਲੇ ਗੁਰਸਿੱਖਾਂ ਦੀ ਗੱਲ ਕੀਤੀ ਗੁਰੂ ਜੀ ਨੇ ਇਸੇ ਪੌੜੀ ਦੇ ਵਿੱਚ। ਹੁਣ ਇਸੇ ਪੌੜੀ ਦੇ ਵਿੱਚ ਪੰਜਵੀਂ ਅਵਸਥਾ, ਪੰਜਵਾਂ ਖੰਡ ਦਾ ਵਰਣਨ ਗੁਰੂ ਨਾਨਕ ਦੇਵ ਜੀ ਕਰਦੇ ਹਨ। ਇਸ ਤੋਂ ਅੱਗੇ ਦੀ ਪੰਕਤੀ ਹੈ ਸੱਚਖੰਡ ਵਸੈ ਨਿਰੰਕਾਰ। ਬਟ ਆਪਾਂ ਇਹ ਅੱਧੀ ਪੌੜੀ ਇੱਥੋਂ ਤੱਕ ਪੜ੍ਹਦੇ ਹਾਂ ਤਾਂ ਕਿ ਸੱਚਖੰਡ ਦਾ ਜਿਹੜਾ ਸਿਰਲੇਖ ਹੈ ਉਹ ਇੱਕ ਪਾਰਟ ਵੱਖਰਾ ਬਣ ਸਕੇ। ਸੋ ਇੱਥੋਂ ਤੱਕ ਅੱਧੀ ਪੰਕਤੀ ਆਪਾਂ ਅੱਧੀ ਪੌੜੀ ਪੜ੍ਹ ਲਈ ਹੈ, ਤੇ ਇਸੇ ਪੌੜੀ ਦੇ ਵਿੱਚ ਅਗਲੀ ਪੰਕਤੀ ਆਊਗੀ ਸੱਚਖੰਡ ਵਸੈ ਨਿਰੰਕਾਰ, ਜਿਸ ਦੀ ਵਿਆਖਿਆ ਅਸੀਂ ਅਗਲੇ ਪਾਰਟ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।